ਵਾਹਿਗੁਰੂ ਸਾਹਿਬ ਜੀ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹੋ ਨਾਮ ਕਰ ਆਪਣੇ ਚੇਰੇ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਮ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ। ਮੈਂ ਮੂਰਖ ਕਿਛ ਦੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ। ਡੁੱਬਦਾ ਪੱਥਰ ਲੀਜੈ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨ ਸਾਕੋ। ਤੂੰ ਠਾਕੁਰ ਊਚ ਭਗਵਾਨਾ, ਬਾਣੀ ਬਿਰਲਉ ਵਿਚਾਰਸੀ। ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ। ਨਿਜ ਘਰ ਵਾਸਾ ਹੋਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਪੰਚ ਪਰਵਾਣ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਪੰਚੇ ਸੋਹਹਿ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ। ਜੇ ਕੋ ਕਹੈ ਕਰੈ ਵਿਚਾਰ, ਕਰਤੇ ਕੈ ਕਰਣੈ ਨਾਹੀ ਸੁਮਾਰ। ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉਪਰ ਕੇਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ। ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ।
एहो लेखा लिख जाने कोय, लेखा लिखिया केता होय। केता तान सवाले हो रूप, केती दाहत जाने कौन कूत। कीता पसाओ एको कवाओ, तिसते होए लख दरियाओ। कुदरत कावन कहा विचार, वारिया ना जावा एक बार। जो तुद भावै साई भली कार, तू सदा सलामत निरंकार। कुदरत कवन कहा विचार, वारिया ना जावा एक बार। जो तुद भावै साई भली कार, तू सदा सलामत निरंकार। वाहिगुरु जी का खालसा, वाहिगुरु जी की फतेह। जुगो जुग अटल चाबर छत्र तख्त दे मालिक, गुरता गद्दी ते विराजमान पावन तख्त साहिब जी विखे प्रकाशमान। हाजरा हजूर जहरा जहूर सर्ब कला भरपूर। धन गुरु सतगुरु श्री गुरु ग्रंथ साहिब महाराज सच्चे पातशाह जी की पावन पवित्र हजूरी दे अंदर सजे हुए अमृत वेले दे सुंदर दरबार अंदर साहिबे कमाल सरबंस दानी, अमृत के दाते, ताजा ते तख्तां दे मालिक गुरु कलगीधर पातशाह सतगुरु श्री गुरु गोबिंद सिंह साहिब जी महाराज, तिन्हां दे पावन अस्थान मुबारक चरण छो प्राप्त धरती तखत श्री दमदमा साहिब जी विखे अमृत वेले दे सजे हुए सुंदर दरबार अंदर जुड़ बैठे समूह सतसंगी जनों बड़े प्यार नाल गुरु दरबार दीयां हाजरियां भरदियां होया सन्मान जो कीर्तनिया पासों तुर्की बाणी रब्बी बाणी श्री आसा की वार दे कीर्तन दे लाहे प्राप्त कीते ने। उपरंत धन गुरु श्री गुरु ग्रंथ साहिब महाराज जी की पावन बाणी की जो लड़ीवार कथा चल रही है, उस लड़ी तहत आप जी ने जपजी साहिब जी की 16 नंबर पौड़ी का मूल पाठ सरवण किया है। धन गुरु नानक साहिब जी महाराज अज की इस पौड़ी के राही की बख्शिश कर रहे ने, किस तरह की सोझी सेध प्रदान कर रहे ने। आओ जिथे गुरबाणी कीर्तन का आनंद माणे है, कुछ समय वास्ते अपनियां सुरतियां मनोबृत्तियां नूं शब्द की विचार नाल जोड़ीए। विचारां की सांझ पाउण तो पहला आओ एक बार सरबत संगत रसना की पवित्रता मन की एकाग्रता वास्ते सारियां दी हाजरी गुरु चरणों च लग जाए। प्यार नाल सारे आखो जी सतनाम श्री वाहिगुरु साहिब जी। पंच परवान पंच परदान, पंचे पावह दरगह मान। सतगुरु श्री गुरु नानक साहिब जी महाराज इस पौड़ी के अंदर जो बचन कर रहे ने, पौड़ी दर पौड़ी महाराज सच्चे पातशाह जी बख्शिशां कर रहे ने
ਜਦੋਂ ਸਤਿਗੁਰਾਂ ਨੇ ਮੰਨਣ ਦੀਆਂ 4 ਪੌੜੀਆਂ ਬਖਸ਼ਿਸ਼ ਕੀਤੀਆਂ, ਮੰਨਣ ਦਾ ਮਹਾਤਮ ਮਨੁੱਖ ਨੂੰ ਸਮਝਾ ਦਿੱਤਾ। ਮੰਨਣ ਦਾ ਮਹਾਤਮ ਕਿੰਨਾ ਹੈ ਦੇਖੋ, ਤੁਸੀਂ ਬੜੇ ਧਿਆਨ ਨਾਲ ਸਰਵਣ ਕੀਤਾ ਹੈ। 4 ਪੌੜੀਆਂ ਆਪਾਂ ਮੰਨਣ ਦੇ ਸੰਬੰਧ ਵਿੱਚ ਵਿਚਾਰੀਆਂ। ਇਸ ਤੋਂ ਪਹਿਲਾਂ 4 ਪੌੜੀਆਂ ਸੁਣਨ ਦੇ ਸੰਬੰਧ ਵਿੱਚ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀਆਂ ਸੀ, ਤੇ ਸਤਿਗੁਰੂ ਜੀ ਨੇ 2 ਪੌੜੀਆਂ ਦਿੱਤੀਆਂ ਸੀ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਅੱਜ ਜਿਹੜੀ ਪੌੜੀ ਆਪ ਜੀ ਨੇ ਸਰਵਣ ਕੀਤੀ ਹੈ, ਇਸ ਪੌੜੀ ਦੀਆਂ ਲਾਸਟ ਪੰਕਤੀਆਂ ਨੇ, ਕੁਦਰਤ ਕਾਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। 4 ਪੌੜੀਆਂ ਭਾਗਾਂ ਵਾਲਿਓ ਇਸ ਤਰ੍ਹਾਂ ਦੀਆਂ ਨੇ। ਜਪਜੀ ਸਾਹਿਬ ਦੇ ਅੰਦਰ ਹੀ ਸਿਰਫ ਐਸਾ ਵੇਖਣ ਨੂੰ ਮਿਲ ਰਿਹਾ ਹੈ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 4-4 3-3 ਪੌੜੀਆਂ ਇੱਕੋ ਹੀ ਸਬਜੈਕਟ ਤੇ ਇੱਕੋ ਹੀ ਉਪਦੇਸ਼ ਨਾਲ ਸੰਬੰਧਿਤ ਔਰ ਬਖਸ਼ਿਸ਼ ਕੀਤੀਆਂ ਨੇ। ਸ਼ਾਇਦ ਇਸ ਕਰਕੇ ਹੈ ਵੀ ਜਪਜੀ ਸਾਹਿਬ ਜੀ ਦੀ ਬਾਣੀ ਪ੍ਰਥਮ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਔਰ ਜੇ ਤੁਸੀਂ ਇਸ ਬਾਣੀ ਦੇ ਅੰਦਰ ਜੋ ਮਹਾਰਾਜ ਨੇ ਜ਼ੋਰ ਦੇ ਕੇ ਵਚਨ ਕਹੇ ਨੇ, ਜਿਵੇਂ ਪਹਿਲਾਂ ਜ਼ੋਰ ਦਿੱਤਾ ਸੀ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਔਰ ਉਹ ਸਮਝ ਵਿੱਚ ਆ ਗਿਆ ਤੇ ਮੁੜ ਕੇ ਟਪਲਾ ਨਹੀਂ ਖਾਵਾਂਗੇ। ਪੂਰੀ ਬਾਣੀ ਦੇ ਵਿੱਚ ਉਸ ਦਾਤੇ ਦਾ, ਦਾਤਾਂ ਦਾ, ਲੈਣ ਵਾਲੇ ਦਾ, ਦੇਣ ਵਾਲੇ ਦਾ, ਉਹ ਸਾਰਾ ਜ਼ਿਕਰ ਆਉਣਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸੇ ਤਰ੍ਹਾਂ ਜਿਹੜਾ ਜ਼ਿਕਰ ਕੀਤਾ ਸੀ ਅਗਲੀਆਂ ਪੌੜੀਆਂ ਦੇ ਅੰਦਰ, ਦੇਖੋ ਸੁਣਨ ਦਾ, ਮੰਨਣ ਦਾ। ਜਿਹਨੇ ਸੁਣ ਲਿਆ ਧਿਆਨ ਨਾਲ, ਜਿਹਨੇ ਮੰਨ ਲਿਆ ਧਿਆਨ ਨਾਲ, ਉਹ ਫਿਰ ਆਮ ਮਨੁੱਖ ਨਹੀਂ ਰਹਿੰਦਾ ਹੈਗਾ, ਉਹ ਸਧਾਰਨ ਮਨੁੱਖ ਨਹੀਂ ਰਹਿੰਦਾ। ਦੇਖਣ ਨੂੰ ਵੈਸੇ ਹੀ ਲੱਗੇਗਾ, ਸਰੀਰ ਉਹਦਾ ਵੈਸੇ ਹੀ ਰਹੇਗਾ, ਸਰੀਰ ਦੀ ਲੰਬਾਈ ਚੜਾਈ 'ਚ, ਗੋਰੇ ਚਿੱਟੇ ਹੋਣ 'ਚ ਸ਼ਾਇਦ ਕੋਈ ਫਰਕ ਨਾ ਪਏ, ਪਰ ਫਰਕ ਜਿਹੜਾ ਪੈਣਾ ਹੈ ਉਹ ਮਹਾਰਾਜ ਦੱਸ ਰਹੇ ਨੇ। ਮਨੁੱਖ ਸੁਣਨ ਦੇ ਨਾਲ ਕਿੱਥੋਂ ਤੱਕ ਪਹੁੰਚ ਜਾਂਦਾ, ਮੰਨਣ ਦੇ ਨਾਲ ਕਿੱਥੋਂ ਤੱਕ ਪਹੁੰਚ ਜਾਂਦਾ ਹੈ, ਔਰ ਉਹ ਫਿਰ ਸਧਾਰਨ ਪਹਿਲਾਂ ਜੈਸਾ ਮਨੁੱਖ ਨਹੀਂ ਰਹਿੰਦਾ, ਜੈਸਾ ਸੁਣਨ ਤੋਂ ਪਹਿਲਾਂ ਸੀ, ਮੰਨਣ ਤੋਂ ਪਹਿਲਾਂ ਸੀ। ਹੁਣ ਸੁਣ ਲਿਆ ਉਪਦੇਸ਼, ਮੰਨ ਲਿਆ, ਮਹਾਰਾਜ ਉਹਨਾਂ ਲਈ ਇਹ ਪੌੜੀ ਬਖਸ਼ਿਸ਼ ਕਰ ਰਹੇ ਨੇ। ਕਹਿੰਦੇ ਪੰਜ ਪ੍ਰਵਾਨ, ਪੰਜ ਪ੍ਰਧਾਨ। ਪੰਜ ਦਾ ਅਰਥ ਵੈਸੇ 5 ਕੀਤਾ ਜਾਂਦਾ ਰਿਹਾ ਹੈ, ਇਹਦਾ ਇੱਕ ਅਰਥ 5 ਵੀ ਹੈ। ਪੰਜ ਦਾ ਅਰਥ ਗਿਣਤੀ ਦੇ 5 ਤੋਂ ਵੀ ਹੈਗਾ, ਤੇ ਇਸੇ ਕਰਕੇ ਆਪਾਂ ਪੰਚਾਮ੍ਰਿਤ ਦੇਗ ਵੀ ਕਹਿੰਦੇ ਹਾਂ, ਜਿਹੜੀ ਜਿਹਦੇ ਵਿੱਚ 5 ਚੀਜ਼ਾਂ ਦਾ ਜ਼ਿਕਰ ਹੈਗਾ। ਔਰ ਸਾਡੇ ਦੇਸ਼ ਦੇ ਵਿੱਚ ਜਦੋਂ ਵੀ ਕਿਤੇ ਕੋਈ ਲੜਾਈ ਝਗੜਾ ਪਿੰਡ ਲੈਵਲ ਤੋਂ ਲੈ ਕੇ ਹਾਈ ਲੈਵਲ ਤੱਕ, ਉਦੋਂ ਵੀ ਆਪਾਂ ਕਹਿੰਦੇ ਚਲੋ ਬਈ 5 ਬੰਦੇ ਇਕੱਠੇ ਹੋਵੋ, ਪੰਚਾਇਤ ਇਕੱਠੀ ਹੋਵੋ ਤੇ ਫੈਸਲਾ ਕਰੋ। ਪੰਚਾਇਤ ਦੇ ਫੈਸਲੇ ਨੂੰ ਲੋਕ ਸਿਰ ਝੁਕਾਉਂਦੇ ਰਹੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਥਾਨ ਤੇ ਬੈਠੇ ਇਹਨਾਂ ਨੇ ਤਾਂ ਗੁਰੂ ਸਾਹਿਬ ਨੇ 5 ਪਿਆਰਿਆਂ ਦੀ ਚੋਣ ਕੀਤੀ। 5 ਪਿਆਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਦਾਤ ਦੇ ਕੇ, ਔਰ ਉਹਨਾਂ ਨੂੰ ਨਵਾਂ ਬਾਣਾ, ਨਵੀਂ ਪੁਸ਼ਾਕ ਦੇ ਕੇ, ਖਾਲਸਾ ਨਾਮ ਦੇ ਕੇ ਬੜੀਆਂ ਬਖਸ਼ਿਸ਼ਾਂ ਕੀਤੀਆਂ। ਔਰ ਉਹਨਾਂ ਦੇ ਕੋਲੋਂ ਮਹਾਰਾਜ ਜੀ ਨੇ ਫਿਰ ਆਪ ਅੰਮ੍ਰਿਤ ਛਕਿਆ। ਔਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੰਜਾਂ ਨੂੰ ਬੜਾ ਹੀ ਮਾਣ, ਸਨਮਾਨ, ਸਤਿਕਾਰ ਦਿੱਤਾ। ਇੱਥੋਂ ਤੱਕ ਕਹਿਤਾ ਵੀ ਪੰਜਾਂ ਦੇ ਵਿੱਚ ਹੀ ਜਿਹੜਾ ਸੀ ਖੇਡ ਵਾਪਰੇਗੀ। ਜਦੋਂ 5 ਤਿਆਰ ਹੋ ਜਾਣਗੇ, ਕੋਈ ਵੀ ਫੈਸਲਾ ਕਰਨਗੇ, ਕਿਸੇ ਵੀ ਤਰ੍ਹਾਂ ਦਾ ਮਤਾ ਪਾਇਆ ਜਾਏਗਾ ਔਰ ਉਹਨੂੰ ਪ੍ਰਵਾਨ ਕੀਤਾ ਜਾਏਗਾ। 5 ਪਿਆਰਿਆਂ ਦੀ ਜਾਣੀ ਆਪਣੇ ਪੰਥ ਦੇ ਵਿੱਚ ਹਾਲੇ ਵੀ ਆਪਾਂ ਉਹ ਮਹਾਨਤਾ ਵੇਖਦੇ ਹਾਂ। ਇੱਥੇ ਗਿਣਤੀ ਦਾ 5 ਨਹੀਂ ਹੈ, ਮੈਂ ਸਿਰਫ ਬੇਨਤੀ ਕਰ ਰਿਹਾ ਸੀ, ਇੱਥੇ ਗਿਣਤੀ ਦਾ 5 ਨਹੀਂ ਹੈ ਵੀ ਇੱਥੇ 5 ਤੋਂ ਜਾਂ 5 ਤੋਂ ਭਾਵ ਹੈ। ਇੱਥੇ ਹੈ ਉਹ 5 ਜਨ ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੇ ਮੰਨਿਆ, ਸੁਣ ਕੇ ਉਹਨਾਂ ਦੀ ਅਵਸਥਾ ਏਡੀ ਉੱਚੀ ਹੋ ਗਈ, ਮੰਨ ਕੇ ਉਹਨਾਂ ਦੇ ਵਿਚਾਰ ਤੇ ਉਹਨਾਂ ਦੀ ਅਵਸਥਾ, ਉਹਨਾਂ ਦਾ ਨਜ਼ਰੀਆ ਏਡਾ ਉੱਚਾ ਹੋ ਗਿਆ। ਹੁਣ ਉਹ ਐਸੇ ਫੈਸਲੇ ਕਰਦੇ ਨੇ ਜਿਹੜੇ ਸਾਰਿਆਂ ਨੂੰ ਪ੍ਰਵਾਨ ਹੋ ਜਾਂਦੇ ਨੇ। ਹੁਣ ਉਹਨਾਂ ਦਾ ਜੀਵਨ ਐਸਾ, ਕਿਸੇ ਨੂੰ ਉਹਨਾਂ ਦੇ ਜੀਵਨ ਤੋਂ ਔਖਿਆਈ ਨਹੀਂ ਹੈ, ਕਿਸੇ ਨੂੰ ਉਹਨਾਂ ਦੇ ਜੀਵਨ ਤੋਂ ਕੋਈ ਜੈਲਸੀ ਵੀ ਨਹੀਂ ਹੈ, ਕਿਉਂਕਿ ਉਹ ਕਿਸੇ ਦੇ ਪੱਖਵਾਦ ਵਿੱਚ ਨਹੀਂ ਆਉਂਦੇ, ਕਿਸੇ ਈਰਖਾ 'ਚ, ਕਿਸੇ ਦੂਈ ਦੁਆਇ 'ਚ, ਕਿਸੇ ਲਾਗ ਡਾੜ ਦੇ ਵਿੱਚ, ਕਿਸੇ ਮਾਰ ਧਾੜ ਵਿੱਚ, ਐਸਾ ਨਹੀਂ ਹੈ। ਔਰ ਉਹਨਾਂ ਨੇ ਜਿਨ੍ਹਾਂ ਨੇ ਸੁਣਿਆ ਤੇ ਮੰਨਿਆ, ਉਹਨਾਂ ਦੀਆਂ ਅਵਸਥਾਵਾਂ ਕਿੰਨੀਆਂ ਉੱਚੀਆਂ ਹੋ ਗਈਆਂ। ਕਹਿਣ ਲੱਗੇ ਉਹ ਜਿਹੜੇ ਨੇ 5 ਜਨ ਉਹ ਪ੍ਰਵਾਨ ਹੁੰਦੇ ਨੇ, ਉਹਨਾਂ ਦਾ ਕਹਿਆ ਹੋਇਆ ਵੀ ਪ੍ਰਵਾਨ ਹੈ।
ਜਿਹੜਾ ਪੰਚ ਯਾਦ ਰੱਖਿਓ ਪੱਖਵਾਦ ਕਰੇ, ਕਿਸੇ ਨਾਲ ਧੱਕਾ ਕਰੇ, ਜਾਣ ਬੁੱਝ ਕੇ ਫੈਸਲਾ ਗਲਤ ਦੇਵੇ, ਜਦੋਂ ਕੋਈ ਫੈਸਲਾ ਘਰਾਂ 'ਚ ਨਹੀਂ ਨਿਬੜਦਾ ਅਗਲਾ ਕਹਿੰਦਾ ਚਲੋ ਪੰਚਾਇਤ ਕੋਲੇ। ਪੰਚਾਇਤ ਨੇ ਦੋਵਾਂ ਧਿਰਾਂ ਦੀ ਸੁਣ ਕੇ ਜਿਹੜਾ ਸਹੀ ਫੈਸਲਾ ਉਹ ਕਰਨਾ ਹੁੰਦਾ। ਜਿਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਸਜ਼ਾ ਮਿਲੇਗੀ, ਜਿਹਨੂੰ ਨਹੀਂ ਮਿਲਣੀ ਚਾਹੀਦੀ ਉਹਨੂੰ ਨਹੀਂ ਮਿਲੇਗੀ। ਮਤਲਬ ਸਹੀ ਫੈਸਲਾ। ਜੇ ਪੰਚਾਇਤ ਵੀ ਸਹੀ ਫੈਸਲਾ ਨਹੀਂ ਕਰਦੀ, ਪੱਖਵਾਦ ਕਰਦੀ ਹੈ, ਜਾਣ ਬੁੱਝ ਕੇ ਇੱਕ ਨਾਲ ਧੱਕਾ ਕੀਤਾ ਜਾਂਦਾ, ਇੱਕ ਇਹਨਾਂ ਨੂੰ ਦਬਾਇਆ ਜਾਂਦਾ, ਇੱਕ ਇਹਨਾਂ ਨੂੰ ਸਿਰੇ ਚੜਾਇਆ ਜਾਂਦਾ, ਖਿਮਾ ਕਰਨਾ, ਫਿਰ ਉਹ ਪੰਚ ਪ੍ਰਵਾਨ ਹੁੰਦੇ ਨੇ। ਅਗਲੇ ਕਹਿੰਦੇ ਅਸੀਂ ਨਹੀਂ ਇਹਨਾਂ ਦੀ ਗੱਲ ਮੰਨਣੀ, ਅਸੀਂ ਕਹਿੰਦੇ ਅਸੀਂ ਨਹੀਂ ਇਸ ਪੰਚਾਇਤ ਦੀ ਗੱਲ ਮੰਨਣੀ, ਅਸੀਂ ਤੇ ਹੋਰ ਬੰਦੇ ਇਕੱਠੇ ਕਰਾਂ। ਕਿਉਂ? ਵਿਚਕਾਰਲਾ ਫਲਾਣਾ ਪੰਚ ਜਾਂ ਸਰਪੰਚ ਉਹ ਸਾਰੇ ਹੀ ਜਿਹੜੇ ਨੇ ਜੇ ਉਹਨਾਂ ਤੇ ਬਲੇਮ ਲੱਗ ਜਾਣ, ਇਹਨਾਂ ਨੇ ਪੈਸੇ ਖਾਦੇ ਨੇ ਫਲਾਣੀ ਧਿਰ ਤੋਂ, ਇਹਨਾਂ ਨੇ ਰਿਸ਼ਵਤ ਲਈ ਹੈ ਫਲਾਣੀ ਧਿਰ ਤੋਂ, ਇਹਨਾਂ ਦੇ ਨਿੱਜੀ ਹਿੱਤ ਨੇ ਇਹਨਾਂ ਨਾਲ, ਇਹ ਸਾਡੇ ਨਾਲ ਕਦੇ ਵੀ ਫੈਸਲਾ ਨਹੀਂ ਕਰ ਸਕਦੇ ਸਹੀ ਤਰੀਕੇ ਦੇ ਨਾਲ, ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ। ਇਸੇ ਕਰਕੇ ਆਪਾਂ ਕਹਿੰਦੇ ਪੰਚਾਇਤ ਭਾਈ ਸਹੀ ਫੈਸਲਾ ਕਰੇਗੀ, ਜੋ ਪੰਚਾਇਤ ਕਰੇਗੀ ਉਹਨੂੰ ਪ੍ਰਵਾਨ ਕਰਾਂਗੇ ਆਪਾਂ, ਜੋ ਪੰਚ ਜਨ ਕਰਨਗੇ, ਚੁਣੇ ਹੋਏ ਨੁਮਾਇੰਦੇ ਕਰਨਗੇ, ਉਹਨੂੰ ਪ੍ਰਵਾਨ ਕਰਾਂਗੇ। ਇਸ ਕਰਕੇ ਜਿਹੜਾ ਹੈ ਇੱਥੇ ਪੰਚ ਦਾ ਅਰਥ ਹੈਗਾ ਜਿਨ੍ਹਾਂ ਦੀ ਅਵਸਥਾ ਇਤਨੀ ਉੱਚੀ ਹੋ ਗਈ ਹੈ, ਜਿਨ੍ਹਾਂ ਦੀ ਕਿਸੇ ਨਾਲ ਕੋਈ ਜੈਲਸੀ ਨਹੀਂ ਹੈ, ਕੋਈ ਸਾੜਾ ਨਹੀਂ ਹੈ, ਕੋਈ ਲਾਗ ਡਾਟ ਨਹੀਂ ਹੈ, ਜਿਨ੍ਹਾਂ ਨੇ ਸਹੀ ਕਹਿਣਾ, ਸਹੀ ਹੀ ਬੋਲਣਾ ਹੈ, ਸਹੀ ਫੈਸਲਾ ਦੇਣਾ। ਉਹ ਪਰਮੇਸ਼ਰ ਵਰਗੇ, ਪਰਮੇਸ਼ਰ ਦੇ ਪਿਆਰੇ। ਪ੍ਰਮਾਤਮਾ ਕਿਸੇ ਨਾਲ ਪੱਖਪਾਤ ਕਰਦਾ ਹੈ? ਪਰਮਾਤਮਾ ਨੇ ਕਿਸੇ ਨਾਲ ਜੈਲਸੀ ਕੀਤੀ ਹੈ? ਪਰਮਾਤਮਾ ਨੇ ਕਿਸੇ ਨੂੰ ਜਾਣ ਬੁੱਝ ਕੇ ਖੂੰਜੇ ਥੋੜੋ ਲਾਇਆ ਹੈ, ਜਾਣ ਬੁੱਝ ਕੇ ਕਿਸੇ ਨੂੰ ਆਸਮਾਨ ਤੇ ਥੋੜੋ ਚੜਾਇਆ ਹੈ। ਇਸ ਕਰਕੇ ਜਿਹੜੇ ਪਰਮੇਸ਼ਰ ਨੂੰ ਮੰਨਣ ਵਾਲੇ ਨੇ ਨਾ, ਪਰਮੇਸ਼ਰ ਨੂੰ ਮੰਨਣ ਵਾਲੇ ਨੇ, ਉਹਨੂੰ ਸੁਣ ਕੇ ਮੰਨ ਲੈਂਦੇ ਨੇ, ਉਹ ਵੀ ਬਿਲਕੁਲ ਵੈਸੇ ਹੋ ਜਾਂਦੇ ਨੇ। ਫਿਰ ਉਹਨਾਂ ਦਾ ਕੀਤਾ ਹੋਇਆ ਫੈਸਲਾ ਵੀ ਸਾਰਿਆਂ ਨੂੰ ਪ੍ਰਵਾਨ ਹੁੰਦਾ ਹੈ, ਉਹ ਆਪ ਵੀ ਪ੍ਰਵਾਨ ਹੋ ਜਾਂਦੇ ਨੇ। ਪੰਚ ਜਨ ਜਿਹੜੇ ਨੇ ਉਹ ਪ੍ਰਵਾਨ ਚੜ੍ਹਦੇ ਨੇ। ਮਹਾਰਾਜ ਕਹਿੰਦੇ ਪੰਚ ਪ੍ਰਧਾਨ, ਪ੍ਰਧਾਨ ਦਾ ਅਰਥ ਹੈ ਮੁਖੀਏ, ਔਰ ਉਹ ਮੁਖੀਆਂ ਦੀ ਤਰ੍ਹਾਂ ਵਿਚਰਦੇ ਨੇ, ਆਗੂਆਂ ਦੀ ਤਰ੍ਹਾਂ ਵਿਚਰਦੇ ਨੇ। ਲੋਕ ਉਹਨਾਂ ਤੋਂ ਅਗਵਾਈ ਲੈਂਦੇ ਨੇ, ਲੋਕ ਉਹਨਾਂ ਤੋਂ ਗਾਈਡਲਾਈਨ ਲੈਂਦੇ ਨੇ। ਕਿਉਂ? ਬਈ ਉਹਨਾਂ ਦੀ ਅਵਸਥਾ ਇਸ ਤਰ੍ਹਾਂ ਦੀ ਹੋ ਗਈ। ਫਿਰ ਕਹਿਣ ਲੱਗੇ ਪੰਚੇ ਪਾਵਹਿ ਦਰਗਹ ਮਾਨ। ਪਰ ਜਿਹੜੇ ਇਸ ਤਰ੍ਹਾਂ ਦੇ ਪੰਜ ਜਨ ਨੇ ਸੁਣ ਕੇ ਮੰਨਣ ਵਾਲੇ, ਦੇਖੋ ਬਾਬਾ ਜੀ ਨੇ ਕਿੰਨਾ ਸੋਹਣਾ ਬਚਨ ਕੀਤਾ ਸੀ, ਸੁਣਿਆ ਮੰਨਿਆ ਮਨ ਕੀਤਾ ਭਾਉ। ਜਿਨ੍ਹਾਂ ਨੇ ਸੁਣਿਆ ਧਿਆਨ ਨਾਲ, ਮੰਨਿਆ ਔਰ ਇਹਨਾਂ ਚੀਜ਼ਾਂ ਨੂੰ ਪਿਆਰ ਵੀ ਕੀਤਾ ਹੈ, ਭਾਵਨਾ ਦੇ ਨਾਲ ਸਾਰੀ ਗੱਲ ਸਮਝ ਕੇ ਉਹਨੂੰ ਕਮਾਇਆ ਵੀ ਹੈ। ਤੇ ਮਹਾਰਾਜ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਉ। ਔਰ ਇਸ ਤਰ੍ਹਾਂ ਦੀ ਜਦੋਂ ਅਵਸਥਾ ਬਣ ਜਾਏ ਫਿਰ ਮਨੁੱਖ ਫਿਰ ਪੰਜ ਪ੍ਰਵਾਨ ਬਣਦਾ ਹੈ, ਫਿਰ ਉਹ ਪੰਜ ਦੀ ਪਦਵੀ ਤੇ ਪਹੁੰਚਦਾ ਹੈ। ਫਿਰ ਉਹਦੇ ਲਈ ਇਹ ਸ਼ਬਦ ਜਿਹੜੇ ਨੇ ਵਰਤੇ ਜਾ ਸਕਦੇ ਨੇ। ਕਹਿੰਦੇ ਫਿਰ ਐਸੇ ਲੋਕ ਪੰਚੇ ਪਾਵਹਿ ਦਰਗਹ ਮਾਨ, ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਉਹਨਾਂ ਦਾ ਪੂਰਾ ਮਾਨ ਤੇ ਸਨਮਾਨ ਹੁੰਦਾ ਹੈ। ਕਿਉਂਕਿ ਜਿਹੜੇ ਪਰਮੇਸ਼ਰ ਦੇ ਨਾਮ ਨਾਲ ਰੰਗੇ ਗਏ, ਜਿਨ੍ਹਾਂ ਨੂੰ ਰੰਗ ਚੜ੍ਹ ਗਿਆ, ਸਤਿਗੁਰ ਸੇਤੀ ਰਤੇ ਦਰਗਾਹ ਪਾਈ ਹੈ, ਠਾਓ ਵਾਲੀ ਖੇਡ, ਉਹਨਾਂ ਨੂੰ ਪਰਮੇਸ਼ਰ ਦੇ ਦਰਬਾਰ ਦੇ ਵਿੱਚ ਮਾਨ ਸਨਮਾਨ ਹੁੰਦਾ ਹੈ। ਉੱਥੇ ਕਿਸੇ ਧਨਾੜ ਦਾ ਮਾਨ ਸਨਮਾਨ ਹੁੰਦਾ ਵੀ ਜਿਨ੍ਹਾਂ ਨੂੰ ਇੱਥੇ ਸਲੂਟ ਵੱਜਦੇ ਨੇ। ਕੋਈ ਜ਼ਰੂਰੀ ਨਹੀਂ ਹੈ ਵੀ ਉਹਨਾਂ ਨੂੰ ਰੱਬ ਦੀ ਦਰਗਾਹ ਦੇ ਵਿੱਚ ਵੀ ਸਲੂਟ ਵੱਜਣ, ਕੋਈ ਜ਼ਰੂਰੀ ਨਹੀਂ ਹੈ ਜਿਨ੍ਹਾਂ ਦੇ ਇੱਥੇ ਅੱਗੇ ਲੋਕ ਗੋਡੀਆਂ ਹੱਥ ਲਾਉਂਦੇ ਨੇ, ਉਹਨਾਂ ਨੂੰ ਅੱਗੇ ਝਿਪਦੇ ਨੇ, ਉਹਨਾਂ ਨੂੰ ਸਲਾਮਾਂ ਕਰਦੇ ਨੇ ਵੀ ਰੱਬ ਦੇ ਦਰਬਾਰ ਦੇ ਵਿੱਚ ਵੀ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀਆਂ ਸਲਾਮਾਂ ਹੋਣ। ਉੱਥੇ ਬਿਲਕੁਲ ਐਸਾ ਨਹੀਂ ਹੈ। ਬਹੁਤ ਸਾਰੇ ਲੋਕ ਇੱਥੇ ਪ੍ਰਵਾਨ ਚੜ੍ਹ ਜਾਂਦੇ ਨੇ, ਪਰ ਰੱਬ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੀ ਨਹੀਂ ਚੜ੍ਹਦੇ। ਉਹ ਸਾਰਿਆਂ ਨੂੰ ਪ੍ਰਵਾਨਗੀ ਨਹੀਂ ਮਿਲਦੀ, ਉੱਥੇ ਸਾਰਿਆਂ ਨੂੰ ਮਾਣ ਸਨਮਾਨ ਉੱਥੇ ਨਹੀਂ ਮਿਲਦਾ। ਉੱਥੇ ਤੇ ਮਾਣ ਸਨਮਾਨ ਮਿਲਦਾ ਜਿਨ੍ਹਾਂ ਨੇ ਸੁਣ ਕੇ ਮੰਨਿਆ ਹੈਗਾ, ਜਿਨ੍ਹਾਂ ਨੇ ਕਮਾਇਆ ਹੈਗਾ, ਜਿਨ੍ਹਾਂ ਦਾ ਜੀਵਨ ਐਸਾ ਹੋ ਗਿਆ। ਦੇਖੋ ਸੁਣਨ ਵਾਲਿਆਂ ਦਾ ਜ਼ਿਕਰ ਇਹ ਯਾਦ ਰੱਖਿਓ ਤੁਸੀਂ ਵਾਰ-ਵਾਰ ਵੀ ਜਿਨ੍ਹਾਂ ਦੀ ਅਵਸਥਾ ਹੀ ਸਿੱਧ ਪੀਰ ਸੁਰਨਾਥ ਹੋ ਗਈ। ਸੁਣਿਆ ਸਿੱਧ ਪੀਰ ਸੁਰਨਾਥ ਸੀ ਨਾ, ਭਲਾ ਜਿਹੜੇ ਸਿੱਧ ਨੇ, ਪੀਰ ਨੇ, ਨਾਥ ਨੇ, ਉਹਨਾਂ ਲਈ ਇਹ ਸ਼ਬਦ ਵਰਤ ਸਕਦੇ ਆਪਾਂ। ਤੇ ਉਹ ਅੱਗੇ ਕਹਿੰਦੇ ਨੇ ਫਿਰ ਉਹਨਾਂ ਨੂੰ ਸਾਰਾ ਗਿਆਨ ਹੋ ਜਾਂਦਾ ਹੈ। ਸੁਣਿਆ ਈਸ਼ਰ ਬਰਮਾ ਇੰਦ, ਇੱਦਾਂ ਦੀਆਂ ਪਦਵੀਆਂ ਤੱਕ ਪਹੁੰਚ ਜਾਂਦੇ ਨੇ। ਮਹਾਰਾਜ ਇੱਥੋਂ ਤੱਕ ਕਹਿੰਦੇ ਨੇ ਵੀ ਸੁਣਿਆ ਸਾਰਾ ਗੁਣਾ ਕੇ ਗਾਹਾ, ਸੁਣਿਆ ਸ਼ੇਖ ਪੀਰ ਪਾਤਸ਼ਾਹ, ਇਹ ਸਾਰਾ ਸੁਣ ਕੇ ਫਿਰ ਮੰਨਿਆ। ਆ ਫਿਰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਪ੍ਰਵਾਨ ਵੀ ਹੁੰਦੇ ਨੇ ਔਰ ਮਾਨ ਸਨਮਾਨ ਵੀ ਉਹਨਾਂ ਨੂੰ ਹਾਸਲ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਬਚਨ ਕੀਤੇ ਨੇ ਸਿਰਫ ਤੇ ਸਿਰਫ ਉਹਨਾਂ ਲੋਕਾਂ ਲਈ ਰਾਖਵੇਂ ਨੇ। ਮੈਂ ਬਾਰ-ਬਾਰ ਅਰਜ਼ ਕਰ ਰਿਹਾ ਵੀ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਆਪਣਾ ਜੀਵਨ ਬਣਾ ਲਿਆ। ਪੰਚੇ ਸੋ ਹੈ ਦਰ ਰਾਜਾਨ,
ਵੱਡੇ ਵੱਡੇ ਰਾਜਿਆਂ ਦੇ, ਮਹਾਰਾਜਿਆਂ ਦੇ, ਬਾਦਸ਼ਾਹਾਂ ਦੇ ਦਰਬਾਰ ਦੇ ਵਿੱਚ ਉਹ ਲੋਕ ਵੀ ਹੁੰਦੇ ਨੇ ਜਿਨ੍ਹਾਂ ਦੀਆਂ ਸਲਾਹਾਂ ਲਈਆਂ ਜਾਂਦੀਆਂ ਨੇ, ਜਿਹੜੇ ਐਡਵਾਈਜ਼ਰ ਹੁੰਦੇ ਨੇ ਉਹਨਾਂ ਦੀ ਸਲਾਹਾਂ ਵੀ ਦਿੰਦੇ ਨੇ ਉਹਨਾਂ ਨੂੰ। ਉਹਨਾਂ ਦਾ ਆਪਣਾ ਮਾਨ ਸਨਮਾਨ ਹੈ, ਜਿਹੜਾ ਚੰਗੀ ਸਲਾਹ ਦਿੰਦਾ ਹੈ ਔਰ ਉਹਦਾ ਮਾਨ ਸਨਮਾਨ ਹੋਵੇਗਾ। ਜਿਹਨੇ ਪੁੱਠੀਆਂ ਸਲਾਹਾਂ ਦਿੱਤੀਆਂ ਉਹਨਾਂ ਨੂੰ ਕਿਸੇ ਨੇ ਪ੍ਰਵਾਨ ਨਹੀਂ ਕੀਤਾ, ਸਮੇਂ ਦੇ ਨਾਲ ਉਹ ਲੋਕਾਂ ਦੀਆਂ ਨਿਗਾਹਾਂ 'ਚ ਡਿੱਗ ਗਏ, ਕਲੰਕਿਤ ਤੇ ਦਾਗੀ ਵੀ ਹੋ ਗਏ। ਜਦੋਂ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਬੁਲਾਇਆ ਜਾਂਦਾ ਹੈ, ਸਾਹਿਬਜ਼ਾਦੇ ਚਲੋ ਜਿਹਨੂੰ ਆਪਾਂ ਕਹਿੰਦੇ ਪੇਸ਼ੀਆਂ ਪਈਆਂ ਸਾਹਿਬਜ਼ਾਦਿਆਂ ਦੀਆਂ, ਉੱਥੇ ਜਾਂਦੇ ਨੇ ਔਰ ਵਜ਼ੀਰ ਖਾਨ ਨੇ ਆਪਣੇ ਢੰਗ ਦੇ ਨਾਲ ਕਈ ਤਰ੍ਹਾਂ ਦੇ ਸਵਾਲ ਸਾਹਿਬਜ਼ਾਦਿਆਂ ਦੇ ਸਨਮੁਖ ਰੱਖੇ। ਉਹਨਾਂ ਨੇ ਬੇਝਿਜਕ ਹੋ ਕੇ, ਐਨ ਧੜਕ ਹੋ ਕੇ ਜਿਹੜਾ ਸੀ ਉਹਨਾਂ ਦੇ ਜਵਾਬ ਦਿੱਤੇ ਨੇ। ਜਦੋਂ ਜਵਾਬ ਐਸੇ ਦਿੱਤੇ ਤੇ ਸੁਣਨ ਵਾਲਿਆਂ ਦੇ ਹੈਰਾਨਗੀ ਹੋਈ, ਉਹਨੂੰ ਹੱਕੇ ਬੱਕੇ ਰਹਿ ਗਏ ਵੀ ਕਮਾਲ ਹੈ, ਛੋਟੇ ਛੋਟੇ ਬੱਚੇ ਨੇ ਇਹ, ਹਾਲੇ ਇਹ ਤਾਂ ਛੋਟੀਆਂ ਛੋਟੀਆਂ ਉਮਰ ਵਾਲੇ ਹਾਲੇ ਨਿਆਣੇ ਨੇ, ਪਰ ਉੱਤਰ ਜਿਹੜਾ ਇਹ ਦਿੰਦੇ ਨੇ ਉਹਨੇ ਪੈਰਾਂ ਤੋਂ ਜ਼ਮੀਨ ਕੱਢਤੀ ਸਾਰਿਆਂ ਦੇ। ਸਾਹਿਬਜ਼ਾਦਿਆਂ ਨੇ ਜਿਹੜੇ ਉੱਤਰ ਦਿੱਤੇ ਸੀ, ਤੇ ਜਦੋਂ ਇਸ ਤਰ੍ਹਾਂ ਦੇ ਉੱਤਰ ਦਿੱਤੇ ਨਾ, ਛਨਾਟਾ ਛਾ ਗਿਆ। ਤੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸੁੱਚਾ ਨੰਦ ਨੇ ਸਲਾਹ ਕਿਹੜੀ ਦਿੱਤੀ ਸੀ। ਸੁੱਚਾ ਨੰਦ ਨੇ ਵਜ਼ੀਰ ਖਾਨ ਦੇ ਕੰਨਾਂ ਜਿਹੜੀਆਂ ਫੂਕਾਂ ਮਾਰੀਆਂ, ਜਿਹੜੀਆਂ ਪੁੱਠੀਆਂ ਸਲਾਹਾਂ ਦਿੱਤੀਆਂ, ਉਹ ਕਹਿਣ ਲੱਗਿਆ, ਕਹਿੰਦਾ ਵਜ਼ੀਰ ਖਾਨ ਸਾਹਿਬ ਇਹਨਾਂ ਨੂੰ ਬਖਸ਼ਿਆ ਨਾ ਜਾਵੇ, ਇਹਨਾਂ ਨੂੰ ਕਿਤੇ ਬਖਸ਼ ਨਾ ਦਿਓ, ਛੱਡ ਨਾ ਦਿਓ। ਕਿਉਂ? ਕਹਿੰਦਾ ਇਹ ਤਾਂ ਜੰਮਦੀਆਂ ਸੂਲਾਂ ਨੇ, ਇਹ ਸੱਪ ਦੇ ਸਪੋਲੀਏ ਨੇ, ਜੇ ਤੁਸੀਂ ਇਹਨਾਂ ਨੂੰ ਹੁਣ ਛੱਡਤਾ ਇਹਨਾਂ ਨੇ ਵੱਡੇ ਹੋ ਕੇ ਜਿਹੜਾ ਸੀ ਤੁਹਾਡੇ ਡੰਗ ਮਾਰਨੇ ਨੇ, ਤੁਹਾਡੇ ਸਾਰੇ ਕਾਸੇ ਦਾ ਨੁਕਸਾਨ ਜਾਂ ਮੌਤ ਦਾ ਕਾਰਨ ਵੀ ਇਹਨਾਂ ਨੇ ਬਣਨਾ। ਤੇ ਆਦਿਕ ਉਹਨਾਂ ਨੇ ਡਰਾਤਾ। ਮਤਲਬ ਸੁੱਚਾ ਨੰਦ ਕੈਸੀ ਸਲਾਹ ਦਿੰਦਾ ਹੈ, ਔਰ ਸਾਹਿਬਜ਼ਾਦਿਆਂ ਦੇ ਬਾਰੇ ਉਹਨੇ ਜੋ ਕੁਝ ਆਖਿਆ ਕਲੰਕਿਤ ਕਰਤਾ ਉਹਨੇ ਆਪਣੀ ਪੂਰੀ ਕੌਮ ਨੂੰ। ਸੁੱਚਾ ਨੰਦ ਖੱਤਰੀ ਨੇ ਸਾਰੀ ਖੱਤਰੀ ਕੌਮ ਨੂੰ ਕਲੰਕਿਤ ਕਰਤਾ। ਤੇ ਦੇਖੋ ਕੈਸੀ ਜਿਹੜੀ ਹੈ ਸਾਹਿਬਜ਼ਾਦਿਆਂ ਦੇ ਨਾਲ। ਪਰ ਇਹ ਵੀ ਇੱਕ ਪ੍ਰਸੰਗ ਹੈ, ਉਹਨਾਂ ਦਾ ਨਾਮ ਲੈਂਦੇ ਹੀ ਆਪਣੇ ਮਨ ਦੇ ਅੰਦਰ ਜਿਹੜਾ ਸੀ ਥੋੜਾ ਗੁੱਸਾ ਆ ਜਾਂਦਾ ਹੈ, ਜਾਂ ਸਾਡੇ ਅੰਦਰ ਉਹਨਾਂ ਪ੍ਰਤੀ ਨਫ਼ਰਤ ਪੈਦਾ ਹੁੰਦੀ ਹੈ। ਉਹ ਵੀ ਨੇ ਜਿਹੜੇ ਭਰੀ ਸਭਾ 'ਚ ਕਹਿੰਦੇ ਨੇ ਵੀ ਵਜ਼ੀਰ ਖਾਨ ਇਹ ਛੋਟੇ ਸਾਹਿਬ ਬੱਚੇ ਨੇ, ਹਰ ਇਹਨਾਂ ਦਾ ਕੋਈ ਕਸੂਰ ਨਹੀਂ, ਇਹਨਾਂ ਦਾ ਕਸੂਰ ਸਿਰਫ ਇਹ ਹੈ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦੇ ਨੇ, ਇਹਨਾਂ ਦਾ ਕਸੂਰ ਨਹੀਂ ਹੈ। ਯਾਦ ਰੱਖੀ ਵਜ਼ੀਰ ਖਾਨ ਕਿਤੇ ਹਕੂਮਤ ਦੇ ਨਸ਼ੇ ਵਿੱਚ ਅੰਨਾ ਹੋ ਕੇ ਬੇਕਸੂਰਾਂ ਨੂੰ ਸਜ਼ਾ ਨਾ ਦੇ ਦੇ, ਤੈਨੂੰ ਬਖਸ਼ਣਾ ਨਹੀਂ ਖੁਦਾ ਨੇ, ਅੱਲਾਹ ਨੇ ਤੈਨੂੰ ਬਖਸ਼ਣਾ ਨਹੀਂ ਹੈ। ਇਹਨਾਂ ਨੂੰ ਹਾਂ ਇਹਨਾਂ ਦਾ ਜਿਹੜਾ ਪਿਤਾ ਹੈਗਾ ਉਹਦੇ ਨਾਲ ਜੰਗ ਕਰ, ਯੁੱਧ ਕਰ, ਲੜਾਈ ਕਰ, ਕੁਝ ਵੀ ਮਰਜ਼ੀ ਕਰ, ਪਰ ਇਹ ਬੇਕਸੂਰ ਨੇ। ਸਲਾਹ ਦਿੱਤੀ ਨਾ ਸ਼ੇਰ ਖਾਨ ਮੁਹੰਮਦ ਮਲੇਰਕੋਟਲੇ ਵਾਲੇ ਨੇ, ਔਰ ਕਿੱਡਾ ਅਹਿਸਾਨ ਮੰਨਿਆ ਸੀ ਉਹਨਾਂ ਦਾ, ਕਿੱਡਾ ਅਹਿਸਾਨ ਮੰਨਦੇ ਆ। ਔਰ ਉੱਥੇ ਜਿਹਨੇ ਹਾ ਦਾ ਨਾਰਾ ਮਾਰਿਆ, ਗੁਰਦੁਆਰੇ ਬਣੇ ਹੋਏ ਨੇ ਉਹਨਾਂ ਦੇ ਸੰਬੰਧ ਵਿੱਚ, ਜਿਨ੍ਹਾਂ ਨੇ ਹਾ ਦਾ ਨਾਰਾ ਤੇ ਕੀ ਮਾਰਨਾ ਸੀ ਪਰ ਪੁੱਠੀਆਂ ਸਲਾਹਾਂ ਦਿੱਤੀਆਂ, ਉਹਨਾਂ ਦਾ ਨਾਮ ਵੀ ਨਹੀਂ ਲਿਆ ਜਾਂਦਾ। ਸ਼ੇਰ ਖਾਨ ਮੁਹੰਮਦ ਖਾਨ ਜਿਹੜਾ ਸੀ ਮਲੇਰਕੋਟਲੇ ਦਾ ਨਵਾਬ ਸੀਗਾ, ਔਰ ਉਹਦਾ ਪੰਥ ਦੇ ਵਿੱਚ ਕਿੰਨਾ ਮਾਨ ਸਨਮਾਨ ਹੈ। ਗੁਰਦੁਆਰਾ ਸਾਹਿਬਾਨ ਵੀ ਬਣਿਆ ਹੋਇਆ ਮਲੇਰਕੋਟਲੇ ਦੀ ਧਰਤੀ ਤੇ, ਗੁਰਦੁਆਰੇ ਦਾ ਨਾਮ ਹੀ ਹਾ ਦਾ ਨਾਰਾ ਗੁਰਦੁਆਰਾ ਸਾਹਿਬ ਹੈ। ਆ ਕਰੋਨਾ ਦੇ ਵਿੱਚ ਨਾ ਉੱਥੇ तमाम ਮੁਸਲਮਾਨ ਭਰਾ ਵੀ ਲੰਗਰ ਛਕਦੇ ਰਹੇ ਨੇ, ਵੱਡੀ ਗਿਣਤੀ ਦੇ ਵਿੱਚ ਮੁਸਲਮਾਨ ਭਰਾਵਾਂ ਨੂੰ ਉੱਥੋਂ ਅਨਾਜ ਵੀ ਮਿਲਦਾ ਰਿਹਾ ਹੈ। ਗੁਰੂ ਕੇ ਸੋ ਕਹਿਣ ਤੋਂ ਭਾਵ ਕੀ ਹੈ, ਐਸੇ ਪ੍ਰਵਾਨ ਹੋ ਸਕਦੇ ਨੇ। ਇਹ ਅਵਸਥਾ ਹੈਗੀ ਹੈ, ਦਰਗਾਹ ਦੇ ਵਿੱਚ ਵੀ ਮਾਣ ਸਨਮਾਨ ਉਹਨਾਂ ਨੂੰ ਮਿਲਦਾ ਹੈ ਜਿਹੜੇ ਪਹਿਲਾਂ ਸੁਣ ਕੇ ਮੰਨਦੇ ਨੇ, ਉਹਨਾਂ ਦਾ ਜੀਵਨ ਵੈਸਾ ਹੋ ਜਾਂਦਾ ਹੈ। ਉੱਥੇ ਦਰਬਾਰ ਦੇ ਵਿੱਚ ਉਹੀ ਸੌਂਦੇ ਨੇ, ਪੰਚੇ ਸੋਹੈ ਦਰ ਰਾਜ਼ਾਨ, ਉਹੀ ਉੱਥੇ ਪਰਮੇਸ਼ਰ ਦੇ ਵੱਡੇ ਜਿਹੜਾ ਰਾਜਿਆਂ ਦਾ ਰਾਜਾ, ਮਹਾਰਾਜਿਆਂ ਦਾ ਮਹਾਰਾਜਾ, ਔਰ ਉਹਦੇ ਦਰਬਾਰ ਦੇ ਵਿੱਚ ਐਸੇ ਹੀ ਪੰਜ ਜਨ ਸੋਭਾ ਪਾਉਂਦੇ ਨੇ। ਪੰਚਾ ਕਹਾ ਗੁਰ ਏਕ ਧਿਆਨ, ਐਸੇ ਜਿਹੜੇ ਪੰਜ ਜਨ ਨੇ ਉਹਨਾਂ ਦਾ ਧਿਆਨ ਇੱਕੋ ਹੀ ਚੀਜ਼ ਤੇ ਕੇਂਦਰਿਤ ਰਹਿੰਦਾ, ਬਸ ਗੁਰੂ ਦੇ ਉੱਪਰ। ਗੁਰੂ ਕੀ ਕਹਿੰਦਾ ਮੇਰਾ, ਗੁਰੂ ਕੀ ਉਪਦੇਸ਼ ਕਰਦਾ ਹੈ, ਗੁਰੂ ਕੀ ਸਿੱਖਿਆ ਦਿੰਦਾ ਹੈ, ਗੁਰੂ ਕਿੱਧਰ ਨੂੰ ਤੋਰਦਾ ਹੈ, ਗੁਰੂ ਕਿੱਧਰੋਂ ਮੋੜਦਾ ਹੈ, ਗੁਰੂ ਦੀਆਂ ਸਿੱਖਿਆਵਾਂ ਕੀ ਨੇ, ਗੁਰੂ ਦੇ ਉਪਦੇਸ਼ ਕੀ ਨੇ, ਗੁਰੂ ਦੇ ਸਿਧਾਂਤ ਕੀ ਹੈ, ਗੁਰੂ ਦੀ ਮਰਿਆਦਾ, ਉਹ ਸਾਰਾ ਹੀ ਜ਼ੋਰ ਇੱਥੇ ਲਾਇਆ ਹੁੰਦਾ। ਔਰ ਉਹਨੂੰ ਜਦੋਂ ਵੀ ਕੋਈ ਕੁਝ ਕਰਨਾ ਪੈਂਦਾ ਉਹ ਕਹਿੰਦਾ ਵੀ ਮੇਰਾ ਗੁਰੂ ਇਸ ਗੱਲ ਦੀ ਇਜਾਜ਼ਤ ਦਿੰਦਾ,
मेरा गुरु इस गल की परमिशन देंदा है, ਉਹਦੀ ਸੁਰਤੀ ਦੇ ਵਿੱਚ ਗੁਰੂ ਬੈਠਾ ਹੈ। ਉਹ ਖੁਸ਼ੀ 'ਚ ਵੀ ਗੁਰੂ ਨੂੰ ਪੁੱਛ ਕੇ ਚੱਲਦਾ ਹੈ, ਉਹ ਗਮੀ 'ਚ ਵੀ ਗੁਰੂ ਨੂੰ ਪੁੱਛ ਕੇ ਚੱਲਦਾ ਹੈ, ਉਹ ਆਮ ਹਾਲਾਤਾਂ ਦੇ ਵਿੱਚ ਵੀ ਗੁਰੂ ਦੇ ਨਾਲ ਹੀ ਜੁੜਿਆ ਹੋਇਆ। ਉਹਨਾਂ ਦਾ ਧਿਆਨ ਹੀ ਉੱਥੇ ਖੜਾ। ਆਮ ਬੰਦੇ ਦਾ ਧਿਆਨ ਖੜਦਾ ਭਲਾ? ਆਮ ਬੰਦੇ ਦਾ ਧਿਆਨ ਤੇ ਕਿਤੇ ਕਿਸੇ ਨਾਲ ਠੱਗੀ ਮਾਰ ਲਈਏ, ਕਿਸੇ ਨੂੰ ਲੁੱਟ ਲਈਏ, ਕਿਸੇ ਨੂੰ ਬਰਬਾਦ ਕਰ ਲਈਏ, ਕਿਸੇ ਦੇ ਭਰੋਸੇ ਦਾ ਯਕੀਨ ਦਾ ਜਿਹੜਾ ਨਜਾਇਜ਼ ਫਾਇਦਾ ਉਠਾ ਲਈਏ। ਆਪਣੇ ਜਿਹੜੇ ਨੇ ਖਿਆਲਾਤ ਨੇ, ਵਿਚਾਰ ਨੇ, ਧਿਆਨ ਕਿੱਥੇ ਖੜੇ ਨੇ? ਖਿਮਾ ਕਰਨਾ, ਬਹੁਤ ਹੇਠਲੇ ਪੱਧਰ ਤੇ ਸਾਡੇ ਧਿਆਨ ਨੇ। ਆਪਾਂ ਕਹਿੰਦੇ ਇਹਦਾ ਧਿਆਨ ਤੇ ਨਾ ਇਹਦੇ ਵਿੱਚ ਹੀ ਵੀ ਕਦੋਂ ਚੀਜ਼ ਚੁੱਕ ਕੇ ਲੈ ਕੇ ਜਾਵਾਂ। ਇਹਦਾ ਧਿਆਨ ਤਾਂ ਇਹਦੇ ਵਿੱਚ ਹੀ ਰਹਿੰਦਾ ਵੀ ਕਦੋਂ ਪੈਸੇ ਭੁੱਲੇ ਪਰਸ ਨਾਲ ਦਾ ਨਾਲੇ, ਵੀ ਕਦੋਂ ਮੈਂ ਚੁੱਕ ਕੇ ਬੋਝੇ 'ਚ ਪਾਵਾਂ ਤੇ ਚਲੋ ਜੀ ਰੌਲਾ ਪਾਵਾਂਗੇ ਵੀ ਇਹਦਾ ਪਰਸ ਚੱਕਿਆ ਗਿਆ। ਹੁਣ ਇੱਥੇ ਖੜੇ ਆ, ਪਰ ਜਿਹੜੇ ਪੰਜ ਜਾਣੇ ਉਹਨਾਂ ਦਾ ਧਿਆਨ ਕੀ ਹੈ? ਉਹਨਾਂ ਦਾ ਧਿਆਨ ਗੁਰੂ ਦੇ ਵਿੱਚ ਹੈਗਾ, ਗੁਰੂ ਤੇ ਕੇਂਦਰਿਤ ਹੈ। ਇਹ ਆਪਣੇ ਆਪਣੇ ਅੰਦਰ ਝਾਤ ਮਾਰ ਲਿਓ, ਮਹਾਰਾਜ ਕਿਰਪਾ ਕਰਨ। ਥੋੜਾ ਥੋੜਾ ਆਪਣੜੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ, ਰੋਜ਼ ਰੋਜ਼ ਦੇਖੀ ਜਾਇਆ ਕਰੀਏ, ਸਾਡਾ ਭਲਾ ਹੋਏਗਾ। ਬੰਦੇ ਖੋਜ ਦਿਲ ਹਰ ਰੋਜ਼ ਦੇ ਮਹਾਂਵਾਕਾਂ ਅਨੁਸਾਰ ਅਸੀਂ ਵੀ ਪੰਚਾਂ ਚ ਆ ਜੀ। ਉਹਨਾਂ ਦੇ ਵਿੱਚ ਸੁਣਿਆ ਤੇ ਆਪਾਂ ਨੇ ਵੀ ਹੈ, ਮੰਨੇ ਤਾਂ ਆਪਾਂ ਮੰਨੇ ਦੀਆਂ ਪੌੜੀਆਂ ਤੇ ਆਪਾਂ ਵੀ ਪੜ੍ਹੀਆਂ ਨੇ, ਕਿੰਨੀ ਬਾਣੀ ਆਪਾਂ ਪੜ੍ਹੀ ਸੁਣੀ ਹੈ। ਪਰ ਕਿਤੇ ਆ ਪੰਜ ਜਨਾਂ 'ਚ ਸਾਡਾ ਨਾਮ ਆ ਜਾਏ, ਜੇ ਆ ਗਿਆ ਪ੍ਰਵਾਨ ਹੋ ਜਾਾਂਗੇ, ਜੇ ਆ ਗਿਆ ਦਰਗਾਹ ਦੇ ਵਿੱਚ ਮਾਨ ਹੋਵੇਗਾ। ਮਹਾਰਾਜ ਕਹਿੰਦੇ ਪੰਚਾਂ ਦਾ ਧਿਆਨ ਗੁਰੂ ਤੇ ਕੇਂਦਰਿਤ ਹੈ, ਗੁਰੂ ਤੋਂ ਪਾਸੇ ਨਹੀਂ ਜਾਂਦੇ ਉਹ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸ਼ੁਮਾਰ। ਪਰਮੇਸ਼ਰ ਦੀ ਜਿਹੜੀ ਕਾਇਨਾਤ ਹੈ, ਸ੍ਰਿਸ਼ਟੀ ਹੈ, ਬੜੀ ਵੱਡੀ ਹੈ, ਉਹਦਾ ਪਸਾਰਾ ਬੜਾ ਵੱਡਾ ਹੈ। ਜੇ ਕੋਈ ਉਸ ਦੀ ਪਸਾਰੇ ਦੀ, ਉਹਦੀ ਕੁਦਰਤ ਦੀ ਵਿਚਾਰ ਕਰਨੀ ਚਾਹੇ, ਜੇ ਕੋ ਕਹਿ ਕਰੇ ਵਿਚਾਰ, ਇੱਕ ਤਾਂ ਇਸ ਤਰ੍ਹਾਂ ਦੇ ਅਰਥ ਨੇ। ਇੱਕ ਇਹਨਾਂ ਪੰਜ ਜਨਾਂ ਦੇ ਬਾਰੇ ਵੀ ਜੇ ਕੋਈ ਵਿਚਾਰ ਕਰਦਾ ਹੈ, ਜਿਵੇਂ ਆਪਾਂ ਪਿੱਛੇ ਵੀ ਪੜ੍ਹ ਕੇ ਆਏ ਹਾਂ ਵੀ ਜੇ ਕੋਈ ਉਹਨਾਂ ਦੇ ਬਾਰੇ ਕਹਿੰਦਾ ਤਾਂ ਉਹਨਾਂ ਨੂੰ ਪਛਤਾਉਣਾ ਵੀ ਪੈਂਦਾ ਹੈਗਾ। ਇਸ ਤਰ੍ਹਾਂ ਦੇ ਵਚਨ ਵੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚੋਂ ਆਪਾਂ ਨੇ ਵਿਚਾਰੇ ਨੇ। ਹੁਣ ਇੱਥੇ ਕਹਿਣ ਲੱਗੇ, ਕਹਿੰਦੇ ਜੇ ਕੋ ਕਹਿ ਕਰੇ ਵਿਚਾਰ, ਜੇ ਕੋਈ ਕਹਿੰਦਾ ਵਿਚਾਰ ਕਰਦਾ, ਪਰ ਫਿਰ ਵੀ ਕਰਤੇ ਕਹਿ ਕਰਨਾ ਨਾਹੀ ਸ਼ੁਮਾਰ। ਆਹ ਸ਼ਬਦ ਨੂੰ ਥੋੜਾ ਜਿਹਾ ਧਿਆਨ ਨਾਲ ਇਹਦਾ ਉਚਾਰਨ ਕਰਨਾ। ਕਰਤੇ ਕੱਕਾ ਰਾਰਾ ਤੱਤੇ ਨੂੰ ਲਾਂ ਹੈ, ਅੱਗੇ ਕੱਕੇ ਨੂੰ ਦੋ ਲਾਵਾਂ ਨੇ, ਤੇ ਜਾਂ ਤਾਂ ਤੱਤੇ ਨੂੰ ਵੀ ਦੋ ਲਾਵਾਂ ਲੱਗ ਜਾਂਦੀਆਂ ਨੇ ਸਾਡੇ ਤੋਂ, ਜਾਂ ਕੱਕੇ ਨੂੰ ਵੀ ਇੱਕ ਲਾਂ ਲੱਗ ਜਾਂਦੀ ਹੈ, ਜਿਹਦੇ ਨਾਲ ਅਰਥਾਂ ਦੇ ਵਿੱਚ ਫਰਕ ਪੈ ਜਾਂਦਾ ਹੈ। ਥੋੜੀ ਇਕਾਗਰਤਾ ਨਾਲ ਕਰਤਾ ਪਰਮੇਸ਼ਰ ਹੈ, ਵਾਹਿਗੁਰੂ ਹੈ, ਅਕਾਲ ਪੁਰਖ ਹੈ। ਬਾਣੀ ਦੇ ਵਿੱਚ ਤਮਾਮ ਥਾਵਾਂ ਤੇ ਉਸ ਪਰਮਾਤਮਾ ਲਈ ਇਹ ਸ਼ਬਦ ਵਰਤਿਆ, ਕਰਤੇ ਕੀ ਮਿਤ ਕਰਤਾ ਜਾਣੈ। ਉੱਥੇ ਵੀ ਇਸ ਤਰ੍ਹਾਂ ਦੇ ਸ਼ਬਦ ਨੇ। ਜਾ ਕਰਤਾ ਸ੍ਰਿਸ਼ਟੀ ਕੋ ਸਾਜੈ, ਆਪੇ ਜਾਣੈ ਸੋਈ, ਉੱਥੇ ਵੀ ਇਹ ਸ਼ਬਦ ਨੇ। ਸੋ ਕਹਿੰਦੇ ਕਰਤੇ ਕਹਿ ਕਰਨਾ ਨਾਹੀ ਸ਼ੁਮਾਰ। ਉਹ ਪਰਮੇਸ਼ਰ ਪਰਮਾਤਮਾ ਦੀ ਇਹ ਖੇਡ ਜਿਹੜੀ ਹੈ, ਉਹਦਾ ਪਸਾਰਾ ਜਿਹੜਾ ਹੈ, ਉਹਦਾ ਖਿਲਾਰਾ ਜਿਹੜਾ ਹੈ, ਇਹਦਾ ਕੋਈ ਅੰਤ ਨਹੀਂ ਹੈ, ਕੋਈ ਅੰਤ ਨਹੀਂ ਹੈ, ਕੋਈ ਸ਼ੁਮਾਰ ਨਹੀਂ, ਕੋਈ ਅੰਤ ਹੈ? ਤੁਸੀਂ ਕਿਹੜੇ ਪਾਸੇ ਨੂੰ ਜਾਓਗੇ? ਦੇਖੋ ਅੰਤ ਤੇ ਨਹੀਂ ਪਾਇਆ ਜਾ ਸਕਦਾ। ਮਨੁੱਖ ਦੀ ਬੜੀ ਦੇਰ ਤੋਂ, ਆਦਿ ਕਾਲ ਤੋਂ ਇਹ ਇੱਛਾ ਰਹੀ ਹੈ ਵੀ ਮੈਂ ਅੰਤ ਪਾ ਲਾਂ ਇਹਦਾ। ਮਨੁੱਖ ਇਸ ਯਤਨ ਦੇ ਵਿੱਚ ਹੈ, ਇਸ ਕੋਸ਼ਿਸ਼ ਦੇ ਵਿੱਚ ਹੈ, ਹਾਲੇ ਬੰਦ ਨਹੀਂ ਹੋਇਆ, ਹੋਰ ਯਤਨ ਕਰ ਰਿਹਾ ਵੀ ਮੈਂ ਅੰਤ ਪਾ ਲਾਂ, ਉਹਦਾ ਅੰਤ ਪਾ ਲਾਂ। ਤੇ ਉਹਨੇ ਵੇਖਿਆ ਵੀ ਕੁਦਰਤ ਏਡੀ ਵੱਡੀ ਦਾ ਅੰਤ ਤਾਂ ਨਹੀਂ ਪਾਇਆ ਜਾ ਸਕਦਾ। ਫਿਰ ਉਹਨੇ ਕੀ ਕੀਤਾ? ਉਹਨੇ ਵੰਡ ਲਿਆ ਵੀ ਜਿਹੜਾ ਜਿਵੇਂ ਸੂਰਜ, ਚੰਦਰਮਾ, ਧਰਤੀ, ਆਕਾਸ਼ ਹੈ, ਇਹਦੀ ਇੱਕ ਵੱਖਰੀ ਵਿਗਿਆਨ ਬਣਾ ਲਿਆ, ਇੱਕ ਸਮਾਜ ਵਿਗਿਆਨ ਬਣਾ ਲਿਆ ਵੀ ਸਮਾਜ ਦੇ ਬਾਰੇ ਨੌਲੇਜ, ਇੱਕ ਆਰਥਿਕ ਦੇ ਬਾਰੇ ਜਿਹੜਾ ਅਸੀਂ ਬਣਾ ਲਿਆ, ਧਾਰਮਿਕ ਖੇਤਰ ਵੱਖਰਾ ਬਣਾ ਲਿਆ, ਪੋਲੀਟੀਕਲ ਵੱਖਰਾ ਬਣਾ ਲਿਆ, ਔਰ ਜੀਵ ਵਿਗਿਆਨ ਵੱਖਰਾ ਬਣਾ ਲਿਆ। ਕਿੰਨੇ ਹੀ ਕੁਝ ਵਿਗਿਆਨ ਕਿੰਨੇ ਤਰ੍ਹਾਂ ਦੇ ਨੇ, ਵੱਖਰੇ ਵੱਖਰੇ ਤਰ੍ਹਾਂ ਦੇ ਜਿਹੜੇ ਅਸੀਂ ਖੇਤਰ ਬਣਾ ਲਏ। ਉਸ ਪਾਸੇ ਫਿਰ ਜ਼ੋਰ ਲੱਗਿਆ ਹੋਇਆ, ਕੋਈ ਕਿਸੇ ਪਾਸਿਓਂ ਲਾ ਰਿਹਾ, ਕੋਈ ਕਿਸੇ ਪਾਸਿਓਂ ਲਾ ਰਿਹਾ, ਪਰ ਅੰਤ ਕਿਸੇ ਪਾਸਿਓਂ ਵੀ ਨਹੀਂ ਮਿਲ ਰਿਹਾ ਪਰਮਾਤਮਾ ਦਾ। ਜਿਹੜੇ ਸੂਰਜ, ਚੰਦਰਮਾ, ਧਰਤੀ, ਆਕਾਸ਼ ਬਾਰੇ ਲੱਗੇ ਹੋਏ ਨੇ, ਤੇ ਉਹ ਵੀ ਕਹਿੰਦੇ ਨੇ ਵੀ ਉਹਦਾ ਅੰਤ ਨਹੀਂ ਹੈ ਜੀ। ਪਤਾ ਹੀ ਨਹੀਂ ਲੱਗਦਾ ਵੀ ਕਿੰਨੇ ਕੁ ਗ੍ਰਹਿ ਨੇ, ਕਿੰਨੇ ਨਛੱਤਰ ਨੇ, ਕਿੰਨੇ ਕੁ ਤਾਰੇ ਨੇ, ਕੋਈ ਅੰਤ ਨਹੀਂ ਹੈ। ਕੋਈ ਚੜ ਰਿਹਾ ਹੈ, ਕੋਈ ਛਿਪ ਰਿਹਾ ਹੈ। ਕੁਦਰਤ ਦੇ ਬੜੇ ਰਹੱਸ ਨੇ। ਹੁਣ ਇੱਕ ਨਵੀਂ ਗੱਲ ਨਹੀਂ ਆਈ, ਸ਼ਾਇਦ ਤੁਸੀਂ ਪੜ੍ਹਿਆ ਹੋਣਾ ਵੀ ਧਰੂ ਤਾਰਾ ਨਿਕਲੇ ਆਸਮਾਨ ਦੇ ਵਿੱਚ, ਉਹਦੇ ਬੜੇ ਬੜੇ ਲੇਖ ਲੱਗੇ ਨੇ। ਉਹ ਕਹਿੰਦੇ ਸ਼ਾਇਦ 76 ਸਾਲਾਂ ਬਾਅਦ ਚੜ੍ਹਦਾ ਉਹ, 70 ਜਾਂ 76 ਮੈਨੂੰ ਸ਼ਾਇਦ ਵਿਸਰ ਗਿਆ, ਜਾਣੀ 70 ਦੇ ਨੇੜੇ ਤੇੜੇ ਹੈ। ਇੰਨੇ ਸਾਲਾਂ ਬਾਅਦ ਚੜ੍ਹਦਾ ਹੈ
ਔਰ ਉਹ ਜਦੋਂ ਵੀ ਚੜ੍ਹਦਾ ਉਹਦੇ ਨਾਲ ਬਹੁਤ ਸਾਰੇ ਭਰਮ ਜੁੜੇ ਹੋਏ ਨੇ, ਭੁਲੇਖੇ ਨੇ ਲੋਕਾਂ ਦੀ ਅਗਿਆਨਤਾ ਕਰਕੇ ਵੀ ਜਦੋਂ ਵੀ ਚੜ੍ਹਦਾ ਉਦੋਂ ਹੀ ਦੁਨੀਆ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਉਹਨਾਂ ਨੇ ਕਈ ਬੰਦਿਆਂ ਨੇ ਨਾਲ ਪੂਰਾ ਦਿੱਤਾ, ਅੰਕੜੇ ਦਿੱਤੇ ਨੇ ਵੀ ਇਹ ਜਦੋਂ ਉਦੋਂ ਚੜ੍ਹਿਆ ਸੀ। ਇੰਗਲੈਂਡ ਦੇ ਕੁਝ ਉਦਾਹਰਨਾਂ ਦਿੱਤੀਆਂ ਨੇ ਵੀ ਉੱਥੇ ਕੀ ਤਹਿਸ ਨਹਿਸ ਹੋਇਆ ਜਦੋਂ ਪਹਿਲਾਂ ਚੜ੍ਹਿਆ, ਫਿਰ ਇੰਡੀਆ ਦੇ ਵਿੱਚ ਕੀ ਵਾਪਰਿਆ, ਉਦੋਂ ਉਥਲ ਪੁਥਲ ਹੋਈ। ਉਹ ਲੰਮੇ ਚੌੜੇ ਜਿਹੜਾ ਸੀ ਉਹਨਾਂ ਨੇ ਦੇ ਕੇ ਅੰਕੜੇ ਇਹ ਲਿਖਿਆ ਵੀ ਹੁਣ ਚੜ੍ਹਿਆ ਜਿਹੜਾ ਨਾ ਹੁਣ ਵੀ ਇਹ ਸ਼ੁਭ ਨਹੀਂ ਹੈ। ਜਦੋਂ ਕਿ ਗੁਰਮਤਿ ਐਸਾ ਨਹੀਂ ਮੰਨਦੀ। ਵੈਸੇ ਤਾਂ 2-3 ਵਿਗਿਆਨੀਆਂ ਦੇ ਵੀ ਬੜੇ ਜਿਹੜੇ ਨੇ ਉਹ ਆਏ ਨੇ, ਉਹਨਾਂ ਦੇ ਬਿਆਨ ਆਏ ਨੇ ਵੀ ਐਸਾ ਕੁਝ ਨਹੀਂ ਹੈ। ਇੱਕ ਬਿਲਕੁਲ ਤਾਰਾ ਮੰਡਲ ਦਾ ਇੱਕ ਬਹੁਤ ਵੱਡਾ ਵਿਗਿਆਨੀ ਖੋਜੀ ਹੋਇਆ, ਉਹਨੇ ਬੜੀ ਉਹਦੀ ਇਸ ਪਾਸੇ ਸਟੱਡੀ ਆ, ਉਹਨੇ ਵੀ ਇਸ ਪਾਸੇ ਲਿਖਿਆ। ਮੈਂ ਬਹੁਤਾ ਵਿਸਤਾਰ 'ਚ ਨਾ ਜਾਵਾਂ, ਸਿਰਫ ਇਹ ਹੈ ਵੀ ਕੁਦਰਤ ਦਾ ਹਾਲੇ ਤੱਕ ਵੀ ਪਤਾ ਨਹੀਂ ਲੱਗ ਰਿਹਾ। ਮਨੁੱਖ ਆਪਣੇ ਢੰਗ ਦੇ ਨਾਲ ਅੰਦਾਜ਼ੇ ਲਗਾ ਰਿਹਾ ਹੈ ਔਰ ਉਹ ਦੱਸ ਰਹੇ ਨੇ ਵੀ ਸੂਰਜ ਛਿਪਣ ਤੋਂ ਤਕਰੀਬਨ ਅੱਧਾ ਘੰਟਾ ਪੌਣਾ ਘੰਟਾ ਤੱਕ ਬਾਅਦ ਉਸ ਤਾਰੇ ਨੂੰ ਆਪਾਂ ਵੇਖ ਸਕਦੇ ਹਾਂ। ਇੰਡੀਆ ਦੇ ਵਿੱਚੋਂ ਸ਼ਾਇਦ 4 ਅਗਸਤ ਤੱਕ ਦਿਸਣਾ ਹੈਗਾ ਉਹ। ਪਰ ਕੁਦਰਤ ਦੀ ਰਹੱਸ ਨੇ, ਰਮਜਾਂ ਨੇ ਕੋਈ ਅੰਤ ਨਹੀਂ ਹੈ, ਕੋਈ ਭੇਦ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਇੱਥੇ ਇਸ਼ਾਰਾ ਕਰ ਰਹੇ ਨੇ, ਕਹਿਣ ਲੱਗੇ ਨੇ ਉਸ ਦਾ ਕਰਤੇ ਕੈ ਕਰਨਾ ਨਹੀਂ ਸੁਮਾਰ, ਕੋਈ ਅੰਤ ਨਹੀਂ ਹੈ। ਅੰਤ ਪਾਉਣ ਦਾ ਯਤਨ ਕੋਸ਼ਿਸ਼ ਬੜੀ ਦੇਰ ਤੋਂ ਹੋ ਰਹੀ ਹੈ। ਵੱਖਰੇ ਵੱਖਰੇ ਖੇਤਰ ਬਣਾ ਕੇ ਵੱਖਰੇ ਵੱਖਰੇ ਢੰਗ ਦੇ ਨਾਲ ਲੋਕ ਲੱਗੇ ਹੋਏ ਨੇ, ਪਰ ਪਤਾ ਹੀ ਨਹੀਂ ਲੱਗਦਾ। ਪਿੱਛੇ ਜੇ ਆਪਣੇ ਇੰਡੀਆ ਵਾਲਿਆਂ ਨੇ ਵੀ ਇੱਕ ਛੱਡਿਆ ਸੀ ਗ੍ਰਹਿ, ਤੇ ਉਹ ਮੁੜ ਕੇ ਉੱਪਰ ਹੀ ਗਵਾਚ ਗਿਆ, ਪਤਾ ਹੀ ਨਹੀਂ ਲੱਗਿਆ ਕਿੰਨਾ ਚਿਰ ਵੀ ਕਿੱਧਰ ਚਲਾ ਗਿਆ। ਛੱਡਣ ਵਾਲਿਆਂ ਨੂੰ ਹੀ ਨਹੀਂ ਪਤਾ ਲੱਗਿਆ ਵੀ ਕਿੱਧਰ ਚਲਾ ਗਿਆ। ਉਹ ਬੜਾ ਫਿਰ ਉੱਤੇ ਬਿਆਨਬਾਜ਼ੀ ਹੋਈ, ਬੜਾ ਕੁਝ ਹੋਇਆ, ਕਹਿੰਦੇ ਲੱਭ ਗਿਆ ਜੀ, ਭਾਲ ਲਿਆ ਜੀ, ਇਹ ਹੈ। ਪਰ ਕੁਦਰਤ ਕਿੱਡੀ ਵੱਡੀ ਹੈ। ਉਹ ਕੁਦਰਤ ਦਾ ਅੰਤ ਪਾਉਣ ਗਏ ਨੇ ਤੇ ਇਹਨਾਂ ਜਿਹੜੀਆਂ ਅੰਤ ਪਾਉਣ ਵਾਲੇ ਹੀ ਜਿਹੜਾ ਸੀ ਹੱਥ ਖੜੇ ਹੋ ਗਏ। ਜਾਂ ਜਿਵੇਂ ਉਹ ਆਪਾਂ ਪੜ੍ਹਦੇ ਹਾਂ, ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਵਾਲੀ ਖੇਡ ਬਣੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਕਰਨ ਲੱਗੇ, ਕਹਿੰਦੇ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ। ਧੌਲ ਧਰਮ ਦਇਆ ਕਾ ਪੂਤ ਇਹ ਮੰਨਿਆ ਜਾਂਦਾ ਹੈ, ਖਾਸ ਕਰਕੇ ਹਿੰਦੁਸਤਾਨੀਆਂ ਦੀ ਇਹ ਧਾਰਨਾ ਹੈ ਵੀ ਜਿਹੜੀ ਧਰਤੀ ਹੈ ਜੀ ਇਹ ਬੌਲਦ ਦੇ ਸਿੰਘਾਂ ਦੇ ਉੱਪਰ ਖੜੀ ਹੈ। ਬਹੁਤੇ ਲੋਕ ਹਾਲੇ ਤੱਕ ਵੀ ਇਹ ਕਹਿੰਦੇ ਨੇ। ਐਸ ਤੇ ਕਿਤਾਬਾਂ ਲਿਖੀਆਂ ਗਈਆਂ ਨੇ ਬੜੀਆਂ 250-300 ਪੇਜ ਦੀ ਕਿਤਾਬ ਹੈ, ਸ਼ਾਇਦ ਉਹਦਾ ਨਾਮ ਟੈਲੀਸਕੋਪ ਦੀ ਗੱਲ ਹੈ। ਮੈਂ ਇੱਕ ਦਿਨ ਪੜ੍ਹ ਰਿਹਾ ਸੀ, ਉਹਦੇ ਵਿੱਚ ਇੰਨਾ ਕੁਝ ਲਿਖਿਆ ਹੋਇਆ ਵੀ ਜੇ ਮੰਨ ਲਿਆ ਜਾਏ ਵੀ ਧੌਲ ਜਿਹੜਾ ਹੈ ਬਲਦ ਦੇ ਸਿੰਘਾਂ ਦੇ ਉੱਪਰ ਧਰਤੀ ਖੜੀ ਹੈ। ਉਹਨਾਂ ਨੇ ਸਵਾਲ ਖੜੇ ਕੀਤੇ ਨੇ, ਕਹਿੰਦੇ ਫਿਰ ਧੌਲ ਕਾਹਦੇ ਤੇ ਖੜਾ? ਉਹ ਵੀ ਕਿਸੇ ਤੇ ਖੜਾ ਹੋਣਾ ਹੈ। ਕਹਿੰਦੇ ਜੋ ਵੀ ਧਰਤੀ ਤੇ ਖੜਾ ਫਿਰ ਉਹ ਧਰਤੀ ਕਾਹਦੇ ਤੇ ਖੜੀ ਹੈ? ਫਿਰ ਇੱਕ ਹੋਰ ਬਲਦ ਲੈ ਕੇ ਆਉਣਾ ਪੈਣਾ ਹੈ। ਫਿਰ ਉਹ ਕਾਹਦੇ ਤੇ ਖੜਾ ਹੈ? ਫਿਰ ਇੱਕ ਹੋਰ ਧਰਤੀ। ਮਤਲਬ ਕਿੱਥੋਂ ਤੱਕ ਗੱਲ ਜਾਂਦੀ ਹੈ? ਇਹਦਾ ਕੋਈ ਅੰਤ ਨਹੀਂ ਹੈ, ਕੋਈ ਐਂਡ ਨਹੀਂ ਹੈ। ਬਲਦ ਦੇ ਉੱਪਰ ਤਾਂ ਕਹਿਤਾ ਵੀ ਧਰਤੀ ਖੜੀ ਹੈ, ਜਿਹਦੇ ਸਿੰਘਾਂ ਤੇ ਹੈ। ਕਹਿੰਦੇ ਜਦੋਂ ਥੱਕ ਜਾਂਦਾ ਇੱਕ ਸਿੰਘ ਤੋਂ ਦੂਜੇ ਤੇ, ਇਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਨੇ। ਪਰ ਬਲਦ ਕਿਹਦੇ ਤੇ ਖੜਾ? ਧਰਤੀ ਦੇ ਹੇਠਾਂ ਕੀ ਹੈ? ਔਰ ਤੁਸੀਂ ਦੇਖ ਲਓ ਕਿਸੇ ਪਹਿਲਾਂ ਜਿੱਦਾਂ ਦਾ ਵੀ ਆਪਾਂ ਜਦੋਂ ਬੋਰ ਕਰਦੇ ਹਾਂ ਜਾਂ ਧਰਤੀ ਦੇ ਹੇਠਾਂ ਕੁਝ ਖੋਦਦੇ ਹਾਂ, ਕਿੱਥੋਂ ਤੱਕ ਗੱਲ ਚਲੀ ਜਾਂਦੀ ਹੈ ਕਿ ਪਾਣੀ ਤੇ ਪਾਣੀ ਦੇ ਹੇਠ ਪਾਣੀ ਕਾਹਦੇ ਤੇ ਖੜਾ ਹੈ? ਬਸ ਇਹੀ ਤੇ ਪਤਾ ਨਹੀਂ ਹੈ। ਇਹੀ ਤੇ ਕੁਦਰਤ ਦਾ ਅੰਤ ਨਹੀਂ ਹੈ। ਭਾਵੇਂ ਕਿ ਇਸ ਪਾਸੇ ਹਾਲਾਂਕਿ ਬਹੁਤ ਕੁਝ ਹੋ ਰਿਹਾ ਹੈ, ਪਰ ਮਹਾਰਾਜ ਇੱਕ ਜਿਹੜੀ ਪ੍ਰਚਲਿਤ ਗੱਲ ਸੀਗੀ, ਲੋਕਾਂ ਦੀਆਂ ਜਿਹੜੀਆਂ ਧਾਰਨਾਵਾਂ ਸੀਗੀਆਂ, ਜਿਹੜੇ ਲੋਕ ਕਹਿੰਦੇ ਸੀ ਬਲਦ ਦੇ ਸਿੰਘਾਂ ਤੇ ਧਰਤੀ ਖੜੀ ਹੈ ਜੀ, ਉਹ ਗੱਲ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਰਿਜੈਕਟ ਕਰ ਰਹੇ ਨੇ। ਦੇਖੋ ਕਿੱਡੇ ਢੰਗ ਨਾਲ ਕੀਤੀ ਹੈ। ਹੁਣ ਕੋਈ ਵਿਗਿਆਨੀ ਉਂਗਲ ਉਠਾ ਸਕਦਾ ਇਹਨਾਂ ਤੇ? ਕੋਈ ਕਿੰਤੂ ਪਰੰਤੂ ਹੋ ਸਕਦਾ ਹੈ? ਹਾਂ, ਜਿਨ੍ਹਾਂ ਦੀ ਸਮਝ ਵਿੱਚ ਨਹੀਂ ਆਈ ਉਹਨਾਂ ਦੀ ਗੱਲ ਵੱਖਰੀ ਹੈ। ਪਰ ਮਹਾਰਾਜ ਕਹਿੰਦੇ ਕੋਈ ਧੌਲ ਬਲਦ ਨਹੀਂ ਐਸਾ, ਕੋਈ ਬਲਦ ਧਰਤੀ ਨੂੰ ਨਹੀਂ ਚੁੱਕ ਸਕਦਾ, ਐਸਾ ਕਦੇ ਨਹੀਂ ਹੋਇਆ। ਇਹ ਲੋਕਾਂ ਦੀਆਂ ਧਾਰਨਾਵਾਂ ਨੇ, ਐਸੀਆਂ ਗੱਲਾਂ ਨੇ। ਮੁਬਾਰਕ ਨੇ ਜਿਹੜੀਆਂ ਇਹਨਾਂ ਗੱਲਾਂ ਨੂੰ ਮੰਨਦੇ ਨੇ, ਪਰ ਗੁਰੂ ਨਾਨਕ ਦੇ ਸਿੱਖ ਕਦੇ ਨਹੀਂ ਮੰਨਦੇ ਵੀ ਧਰਤੀ ਕਿਸੇ ਧੌਲ ਦੇ ਉੱਪਰ ਖੜੀ ਹੈ ਜਾਂ ਬਲਦਾਂ ਦੇ ਉੱਪਰ ਖੜੀ ਹੈ ਜਾਂ ਬਲਦ ਦੇ ਸਿੰਘਾਂ ਦੇ ਉੱਪਰ ਖੜੀ ਹੈ। ਐਸਾ ਕੁਝ ਵੀ ਸਿੱਖਾਂ ਲਈ ਮਾਇਨਾ ਨਹੀਂ ਰੱਖਦਾ। ਫਿਰ ਸਵਾਲ ਇਹ ਹੈ ਵੀ ਕਾਹਤੇ ਖੜੀ ਹੈ? ਮਹਾਰਾਜ ਕਹਿੰਦੇ ਹੋ ਜੇ ਬਲਦ ਦੀ ਗੱਲ ਕਰਦੇ ਹੋ ਤਾਂ ਉਹ ਬਲਦ ਕਿਹੜਾ? ਉਹ ਤਾਂ ਧਰਮ ਰੂਪੀ ਬਲਦ ਹੈ। ਧਰਮ ਦੇ ਸਹਾਰੇ ਧਰਤੀ ਖੜੀ ਹੈ। ਧਰਮ ਦੇ ਸਹਾਰੇ ਹੀ ਸਾਰੀ ਦੁਨੀਆ ਚੱਲ ਰਹੀ ਹੈ। ਧਰਮ ਦੇ ਸਹਾਰੇ ਹੀ ਸੰਸਾਰ ਚੱਲ ਰਿਹਾ ਹੈ। ਧਰਮ ਦੇ ਸਹਾਰੇ ਹੀ ਇਹ ਸ੍ਰਿਸ਼ਟੀ ਖੜੀ ਹੈ। ਇਹ ਸਾਰਾ ਕੁਝ ਧਰਮ ਦੇ ਨਾਲੇ ਖੜਾ। ਪਰ ਉਹ ਜਿਹੜਾ ਧਰਮ ਹੈ ਨਾ, ਧੌਲ ਰੂਪੀ ਬਲਦ ਜਿਹੜਾ ਹੈ, ਕਹਿੰਦੇ ਉਹ ਦਇਆ ਦਾ ਪੂਤ ਹੈ, ਦਇਆ ਦੇ ਵਿੱਚੋਂ ਜਨਮ ਲੈਂਦਾ। ਇਹਦੀ ਵੱਡੀ ਵਿਆਖਿਆ ਹੈ।
बहुत इहदी व्याख्या हो सकती है। धौल किहड़ा बिल्कुल गुरु नानक साहब महाराज सच्चे पातशाह ने नवे शब्द लिआंदे सी, जां शब्द ही रखे कई थावां ते, पर उन्हां दे जिहड़े भावार्थ कीते उन्हां ने अपने ढंग नाल कीते। जिवें किते जंजू वाली आपां गल करदे हां, महाराज कहंदे सी आ जंजू मैं नहीं प्रवान करना, मैं तां पाया होया। वो लोग रौला पाउण लग कहंदे दिखाओ किहड़ा पाया है, किहड़े पाउण दी गल करदे हो। कहंदे दया कृपा संतोख सुत जत गंढी सत वट। नवें तरह दा जनू सी ना, नवें तरह दा जनेऊ सीगा। फिर मुंदरां दी गल आई, वो अगे आपां पढ़ांगे। जदों कहंदे जोगी वगैरह पाओ कच दीयां मुंदरां, मलो पिंडे ते सवा बाबा नानक जी कहंदे मैं तां पाइयां होईयां, नाले आ मुंदरां मैं पाउणीਆਂ ही नहीं। ਜਿਹੜੀਆਂ ਮੁੰਦਰਾਂ ਦਾ मैं हामी ਉਹ ਕਿਹੜੀਆਂ ਨੇ? मुंदा संतोख शर्म पत झोली ध्यान की करह बेभूत। महाराज सच्चे पातशाह जी ने ऐसे ढंग नाल गल्लां समझाइयां। इत्थे भी गुरु साहब कहंदे कोई ऐसा धौल नहीं है, कोई ऐसा बल्द नहीं है जिहड़ा समुची धरती नूं सिरां ते चुक लवे। चलो सारी धरती दी जां तां इंडिया दे इकल्ले दी गल हुंदी ना, फिर भी किते ना किते चलो गल सी भी असीं गावां नूं पेड़े पाउने आ जी, बलदां दी गावां दी सेवा करदे आ, तां ਉਹ सारी धरती नूं चुक्की खड़ा। इंडिया तो बाहर जाके ते गावां नूं वढिया जांदा है। जिन्ना गਊਆਂ ਦਾ ਮਾਸ ਖਾਧਾ ਜਾਂਦਾ ਵੱਡ ਲੈਵਲ ਤੇ ਸ਼ਾਇਦ ਕਿਸੇ ਹੋਰ ਦਾ ਨਹੀਂ ਖਾਧਾ ਜਾਂਦਾ। ਤੁਸੀਂ ਹੈਰਾਨ ਹੋਵੋਗੇ, ਬੀਫ ਜਾ ਕੇ ਵੇਖੋ ਕਿਸ ਤਰੀਕੇ ਦੇ ਨਾਲ ਲੋਕ ਭੱਜ ਭੱਜ ਕੇ ਚੱਕਦੇ ਨੇ। ਬਲਦ ਜਿਹੜੇ ਨੇ ਬਈ ਫਿਰ ਉਹ ਜਿਹੜੇ ਵੱਢੀ ਜਾਂਦੇ ਨੇ, ਫਿਰ ਧੌਲ ਤਾਂ ਹੁਣ ਨੂੰ ਕਦੋਂ ਦਾ ਪਲਟਾ ਕੇ ਮਾਰਦਾ ਹੈ। ਐਸਾ ਨਹੀਂ ਹੈ, ਇਹ ਧੌਲ ਹੈ ਦਇਆ ਦਾ ਪੂਤ ਧਰਮ। ਧੌਲ ਧਰਮ ਦਇਆ ਕਾ ਪੂਤ। ਮਹਾਰਾਜ ਕਹਿੰਦੇ ਸੰਤੋਖ ਥਾਪ ਰੱਖਿਆ ਜਨ ਸੂਤ। आ दया सत संतोख जेड़े ने इहदे नाल ही सृष्टि खड़ी है, इहदे नाल ही संसार खड़ा है, इहदे नाल ही सारा कुछ चल रहा है। महाराज सच्चे पातशाह कहंदे ये सूत है, धागा इहदे विच परोई हुई है, पासे नहीं जा रही। ये परमात्मा दा इतना बड़ा सिस्टम है, इस नूं ते आपां कह नहीं सकते करते कै करना नाही शुमार। सतगुरु साहब फिर कहन लगे, कहंदे जे को बुझै होवै सचियार, तब लै उपर केता भार। जे को बुझै, इत्थे बब्बे नूं औंकड़ झज्जे नूं दुलावां ने इहदा उचारण बुझै नहीं करना, क्योंकि इत्थे अदक बाणी च वरतिया नहीं गया। जे अदक नहीं लावांगे इहदा उचारण होएगा बुझै। बुझे दा अर्थ हुंदा बुझाउणा, इहदा अर्थ है बुझै, समझण तो भाव है बुझना हैगा। कहंदे जे कोई इस गल नूं बुझ लवे, इस गल नूं समझ लवे, जे किसी नूं गल पकड़ विच आ जाए, जे को बुझे तो सचियार हो जाता है। सचियार की गल आपां पहलां ही पढ़ी है कि सचियारा होई है कि कूड़ा टुटा पाल। महाराज कहंदे चलो जे मान लईए भी तुहाडा बौलद हैगा, कोई बौलद दे उपर धरती खड़ी है। सतगुरु कहंदे धब लै उपर केता भार। किन्ना भार हैगा, ये धरती किहड़ा एक है, नाले धरती का किहड़ा कोई अंत है। धरती होर परे होर, आ धरती तो पासे जाओ होर धरती होर आ गई। तरह तरह की धरती है, तरह तरह की धरती है, किते अंत थोड़ो पाया किसी ने। महाराज सच्चे पातशाह कहते ने तिस ते भार तलै कवन जोर। इतना वड्डा भार भला वो बल्द किवें चक के खड़ा। ये धौल धर्म है, दया दा पूत है, जिहदे सहारे ते ये सारी सृष्टि ते धरती खड़ी है। महाराज सच्चे पातशाह कहने लगे जी जात रंगा के नाम, सब ना लिखिया बुढ़ी कलाम। किन्ने जीव ने, किन्ने जंत ने, कोई अंत थोड़ो है। किन्ने ही रंग ने ते किन्ने ही नाम ने, कोई अंत थोड़ो है। इसे करके ते महाराज सच्चे पातशाह आसा दी वार दे विच कहंदे ने विस्माद नाद विस्माद वेद विस्माद जी विस्माद भेद विस्माद रूप विस्माद रंग। विस्माद नंग है फिर है जंत, किन्ने ही कुछ वेख के जिन्हों मनुख अचंभे विच चला जाता है। कहते जी जंत रंगा के नाम। आपां ते ना 5-4 जीवां दे नाम जानते जिहड़े साडे घरां दे विच ने, कुत्ता बिल्ला बांदर वगैरह इस तरह दी चीज़ां। पर थोड़ा जिहा बाहर निकलो कदे जंगलां च रोहियां च जाके देखो कैसे कैसे जीव ने। पहाड़ां दे विच किवें जीव ने, आसमान च किवें जीव ने, समुंदर च किहड़े रहिंदे ने। 84 ਲੱਖ जून जिहड़ी है ਜਦੋਂ ਆਪਾਂ ਉਹਦੇ ਬਾਰੇ ਵੇਖਦੇ ਆਪਾਂ ਤਾਂ ਜ਼ੋਰ ਮਾਰ ਕੇ 50 ਚੀਜ਼ਾਂ ਦਾ ਨਾਮ, ਚਲੋ 100 ਦਾ ਜ਼ਾਰ ਲਾ ਲਓ। ਕਿਸੇ ਨੂੰ ਮੰਨ ਲਾ 500 ਦਾ ਨੌਲੇਜ ਹੈ, 1000 ਦੀ ਨੌਲੇਜ ਹੈ, ਪਰ 84 ਲੱਖ ਜੂਨਾਂ ਨੇ। 42 ਲੱਖ ਜੀਵ ਤਾਂ ਮਹਾਰਾਜ ਬਾਣੀ 'ਚ ਕਹਿੰਦੇ ਨੇ 42 ਲੱਖ ਜੀ ਜਲ ਮੈਂ ਹੋਤੇ। छोटियां छोटियां मच्छियां तो लैके
ਗੈਂਡੇ ਤੱਕ ਤੇ ਮਗਰ ਮੱਛ ਵਰਤ ਕੇ ਤੱਕ ਕਿੱਡੇ ਕਿੱਡੇ ਜੀਵ ਪਾਣੀ 'ਚ ਨੇ। ਵੇਲ ਮੱਛੀ ਪਾਣੀ 'ਚ ਜਿਹੜੀ ਜਹਾਜ਼ ਤੱਕ ਨੂੰ ਪਲਟਾਉਣ ਦੀ ਤਾਕਤ ਰੱਖਦੀ ਹੈ। ਸੋ ਇਹ ਕੀ ਹੈ, ਮਹਾਰਾਜ ਕਹਿੰਦੇ ਕਿਤਨਾ ਵੱਡਾ ਉਹਦਾ ਪਸਾਰਾ, ਜੀ ਜੰਤ ਰੰਗਾ ਕੇ ਨਾਮ, ਪਰ ਸਭ ਨਾਲ ਲਿਖਿਆ ਬੁੜੀ ਕਲਾਮ। ਪਰਮਾਤਮਾ ਦੀ ਕਲਮ ਦੇ ਨਾਲ ਲਿਖਿਆ ਹੋਇਆ ਹੁਕਮ ਚੱਲ ਰਿਹਾ ਸਾਰਿਆਂ ਦੇ ਉੱਪਰ। ਮੱਛੀ ਉਹਦੇ ਹੁਕਮ 'ਚ ਹੈ। ਮੱਛੀ ਜਿਹੜੀ ਹੈ ਪਾਣੀ 'ਚ ਰਹਿੰਦੀ ਹੈ, ਸਮੁੰਦਰ 'ਚ ਰਹਿੰਦੀ ਹੈ, ਪਰ ਉਹਦੀ ਮਰਜ਼ੀ ਨਹੀਂ ਹੈ ਵੀ ਉਹ ਪਾਣੀ 'ਚੋਂ ਬਾਹਰ ਆ ਕੇ ਰਹਿ ਸਕੇ। ਇਸੇ ਤਰ੍ਹਾਂ ਸਾਰੇ ਜੀਵਾਂ ਦੇ ਸੰਬੰਧ ਵਿੱਚ ਆਪਾਂ ਕਹਿ ਸਕਦੇ ਹਾਂ, ਹੁਕਮ ਸਾਰਿਆਂ ਦੇ ਉੱਪਰ ਉਸ ਪ੍ਰਮਾਤਮਾ ਦੀ ਵੱਡੀ ਕਲਮ ਦਾ ਲਿਖਿਆ ਹੋਇਆ ਚੱਲ ਰਿਹਾ ਹੈ। ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ। ਕੋਈ ਕਰ ਸਕਦਾ ਲੇਖਾ ਜੋਖਾ? ਇਹ ਜਿਹਨੇ ਖੇਡ ਵਰਤਾਈ ਹੈ ਉਹੀ ਜਾਣਦਾ। ਇਹ ਲੇਖਾ ਲਿਖ ਜਾਣਾ, ਕੋਈ ਹੋਰ ਨਹੀਂ ਕੋਈ ਜਾਣਦਾ। ਲੇਖਾ ਲਿਖਿਆ ਕੀਤਾ ਹੋਏ, ਕਿੰਨਾ ਕੁ ਆਪਾਂ ਲਿਖ ਸਕਦੇ ਹਾਂ ਦੇ ਬਾਰੇ, ਕਿੰਨਾ ਕੁ ਮਨੁੱਖ ਪਤਾ ਕਰ ਸਕਦਾ। ਉਹ ਤੇ ਆਪਾਂ ਜਿਵੇਂ ਉਹ ਵਚਨ ਪੜ੍ਹਦੇ ਹਾਂ, ਸਾਤ ਸਮੁੰਦਰ ਮਸ ਕਰੋ, ਕਲਮ ਕਰੋ ਬੰਦਰਾਏ, ਬਸਦਾ ਕਾਗਦ ਜਉ ਕਰੋ, ਹਰ ਜਸ ਲਿਖਣ ਨਾ ਜਾਏ। ਬਿਲਕੁਲ ਇਸੇ ਕਰਕੇ ਕਹਿ ਰਹੇ ਨੇ ਲੇਖਾ ਲਿਖਿਆ ਕੀਤਾ ਹੋ, ਕਿੱਡਾ ਵੱਡਾ ਹੋ ਜਾਊਗਾ ਲਿਖਣਾ। ਕੀਤਾ ਤਾਣ ਸਵਾਲੇ ਹੋ ਰੂਪ, ਕੀਤੀ ਦਾਤ ਜਾਣੈ ਕੌਣ ਕੂਤ। ਕੀ ਲਿਖੋਗੇ? ਕਿੰਨਿਆਂ ਦੇ ਕੋਲੇ ਤਾਣ ਹੈ, ਤਾਕਤ ਦਿੱਤਾ ਪ੍ਰਮਾਤਮਾ ਨੇ, ਵੱਖਰੇ ਵੱਖਰਾਂ ਦੀ ਤਰ੍ਹਾਂ ਦੀ ਤਾਕਤ ਹੈ। ਕਿਸੇ ਨੂੰ ਕਿਸੇ ਤਰ੍ਹਾਂ ਦਾ ਤਾਣ ਹੈ, ਕਿਸੇ ਨੂੰ ਕਿਸੇ ਤਰ੍ਹਾਂ ਦਾ ਤਾਣ ਹੈ। ਕਿਤਨੇ ਸੁੰਦਰ ਨੇ ਸੁਹਾਲੇ ਰੂਪ, ਕਿੰਨੇ ਹੀ ਸੋਹਣੇ ਨੇ। ਜਾਂ ਇਉਂ ਕਹਿ ਲਓ ਵੀ ਪ੍ਰਮਾਤਮਾ ਦੇ ਵਿੱਚ ਆਪਣੀ ਕਿਤਨੀ ਤਾਕਤ ਹੈ ਤੇ ਉਹ ਆਪ ਕਿਤਨਾ ਸੁੰਦਰ ਹੈ। ਤੇ ਕੀਤੀ ਦਾਤ, ਉਹਦੀਆਂ ਦਾਤਾਂ ਕਿੰਨੀਆਂ ਨੇ, ਕੋਈ ਹਿਸਾਬ ਕਿਤਾਬ ਹੈ? ਜਾਣੈ ਕੌਣ, ਕੌਣ ਜਾਣ ਸਕਦਾ ਇਸ ਨੂੰ? ਕੀ ਜਾਣ ਸਕਦਾ ਹੈ? ਉਹਦੀਆਂ ਦਾਤਾਂ ਦਾ ਅੰਤ ਨਹੀਂ ਕੋਈ, ਉਹਦੇ ਪਦਾਰਥਾਂ ਦਾ ਅੰਤ ਨਹੀਂ ਕੋਈ। ਸਭ ਕੁਝ ਇਸ ਕਰਕੇ ਮਹਾਰਾਜ ਕਹਿੰਦੇ ਕੀਤਾ ਪਸਾਓ ਇੱਕੋ ਕਵਾਓ ਲਓ। ਅਗਲੀ ਗੱਲ ਕਹਿੰਦੇ ਇਹ ਜਿੰਨਾ ਵੀ ਪਸਾਰਾ ਨਾ, ਜਿੰਨਾ ਵੀ ਤੁਸੀਂ ਕੁਝ ਵੇਖਦੇ ਹੋ, ਬੰਦਾ ਵੇਖ ਕੇ ਕਹਿੰਦਾ ਵੀ ਬੱਲੇ 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 ਪਰਮਾਤਮਾ ਨੇ ਕਿਵੇਂ ਬਣਾਇਆ ਹੋਣਾ ਹੈ। ਇਹ ਸਵਾਲ ਆਦਿ ਕਾਲ ਤੋਂ ਮਨੁੱਖ ਦੇ ਮਨ ਦੇ ਵਿੱਚ ਪਨਪਦਾ ਰਿਹਾ ਹੈ। ਇਹ ਹਿੰਦੂ ਧਰਮ ਦੇ ਵਿੱਚ, ਮੁਸਲਮਾਨ ਧਰਮ ਦੇ ਵਿੱਚ, ਈਸਾਈ ਸਾਰਿਆਂ ਦੇ ਵਿੱਚ ਹਰ ਜਿਉਂਦਾ ਮਨੁੱਖ ਇਹ ਸੋਚੇਗਾ ਬਈ ਐਡਾ ਵੱਡਾ ਪਸਾਰਾ ਕਿਵੇਂ ਪਸਾਰਦਾ ਪਰਮ, ਕਿੰਨਾ ਟਾਈਮ ਲੱਗਿਆ ਹੋਣਾ। ਤੇ ਇਸ ਪਾਸੇ ਆਪਾਂ ਪੜ੍ਹਦੇ ਆ ਵੀ ਆ ਈਸਾਈ ਵਾਲੇ ਕਹਿੰਦੇ ਜੀ ਇੰਨਾ ਟਾਈਮ ਲੱਗਿਆ, ਦੂਜੇ ਕਹਿੰਦੇ ਇੰਨਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕੋਈ ਨਹੀਂ ਦੱਸ ਸਕਦਾ, ਕਿਸੇ ਨੂੰ ਪਤਾ ਹੀ ਨਹੀਂ ਹੈ। ਪਰ ਪਸਾਰਾ ਕੀਤਾ ਪਸਾਓ ਇੱਕੋ ਕਵਾਓ, ਇੱਕੋ ਹੀ ਪਰਮਾਤਮਾ ਦੇ ਹੁਕਮ ਦੇ ਨਾਲ ਸਾਰਾ ਪਸਾਰਾ ਹੋ ਗਿਆ ਹੈ। ਐ ਨਹੀਂ ਆਪਾਂ ਕਹਿੰਦੇ ਵੀ ਉਹਨੂੰ ਇੰਨੇ ਹਫ਼ਤੇ ਲੱਗੇ, ਇੰਨੇ ਮਹੀਨੇ ਲੱਗੇ, ਫਿਰ ਉਹ ਥੱਕ ਗਿਆ, ਫਿਰ ਉਹਨੂੰ ਆਰਾਮ ਕਰਨਾ ਪਿਆ, ਫਿਰ ਇਹਨੂੰ ਇਹ ਕਰਨਾ। ਗੁਰਮਤਿ ਐਸਾ ਬਿਲਕੁਲ ਨਹੀਂ ਮੰਨਦੀ। ਨਾ ਰੱਬ ਥੱਕਦਾ, ਨਾ ਰੱਬ ਨੂੰ ਵਕਤ। ਇਸੇ ਕਰਕੇ ਤੇ ਰੱਬ ਹੈ, ਇਸੇ ਕਰਕੇ ਤੇ ਵੱਡਾ ਹੈ। ਉਹਨੇ ਤਾਂ ਨਿਮਕ ਭਰਦੇ ਸਮੇਂ ਦੇ ਵਿੱਚ ਖੇਡ ਵਰਤਾਤੀ, ਔਰ ਨਾਸ਼ ਕਰਨ ਨੂੰ ਵੀ ਨਿਮਕ ਭਰਦੇ ਸਮੇਂ ਵਿੱਚ ਕਰ ਸਕਦਾ ਹੈ। 1 ਮਿੰਟ ਦੇ ਵਿੱਚ ਆਪਾਂ ਸਮਾਪਤੀ ਵਾਲੇ ਪਾਸੇ ਚੱਲੀਏ। ਦੇਖੋ ਪਸਾਰਾ ਤੇ ਜਿਹੜਾ ਪਸਰ ਗਿਆ, ਚਲੋ ਠੀਕ ਹੈ, ਆਪਾਂ ਕਹਿੰਦੇ ਵੀ ਕੋਈ ਅੰਤ ਨਹੀਂ ਹੈ। ਪਰ ਇਸ ਪਸਾਰੇ ਨੂੰ ਸਮੇਟਣਾ ਹੋਵੇ ਨਾ, ਅੱਖ ਦੇ ਫੋਰ 'ਚ ਸਮੇਟ ਸਕਦਾ ਹੈ। ਜੇ ਆਪਾਂ ਦੂਸਰੇ ਪਾਸੇ ਕੋਈ ਵੱਡੀ ਬਿਲਡਿੰਗ ਬਣਾ ਲਈ ਹੈ, ਵੱਡੀ ਬਿਲਡਿੰਗ ਬਣਾ ਲਈ, ਕੋਈ ਵੱਡੀ ਇਮਾਰਤ, ਕਿੰਨਾ ਟਾਈਮ ਲੱਗਿਆ ਕਾਰੀਗਰਾਂ ਨੂੰ, ਮਿਸਤਰੀਆਂ ਨੂੰ, ਮਜ਼ਦੂਰਾਂ ਨੂੰ, ਮੰਨ ਲਓ 2 ਮਹੀਨੇ 4 ਮਹੀਨੇ 6 ਮਹੀਨੇ ਸਾਲ ਲੱਗ ਗਿਆ। ਪਰ ਢਾਉਣ ਨੂੰ ਵੀ ਉਨਾ ਹੀ ਟਾਈਮ ਲੱਗੇਗਾ ਨਾ। ਜੇ ਉਨੇ ਹੀ ਮਜ਼ਦੂਰ ਢਾਉਣ, ਕਿੰਨਾ ਟਾਈਮ ਲੱਗੇਗਾ? ਘੰਟਿਆਂ ਦੇ ਵਿੱਚ ਤਾਂ ਢਹਿੰਦੀਆਂ ਨਹੀਂ। ਬੁਲਡੋਜ਼ਰ ਲਿਆਓ ਤੁਸੀਂ, JVC ਲਿਆਓ, ਜੋ ਮਰਜ਼ੀ, ਫਿਰ ਵੀ ਟਾਈਮ ਤਾਂ ਲੱਗਦਾ। ਪਰ ਪਰਮਾਤਮਾ ਚਾਹੇ ਅੱਖ ਦੇ ਫੋਰ ਦੇ ਵਿੱਚ ਸਾਰਾ ਕੁਝ ਮਿਟਾ ਸਕਦਾ। ਆਪਾਂ ਵੇਖਦੇ ਐਸਾ ਕੁਝ ਵਾਪਰਦਾ। ਇਸ ਕਰਕੇ ਜਿਹੜਾ ਹੈ ਮਹਾਰਾਜ ਕਹਿੰਦੇ ਕੀਤਾ ਪਸਾਓ ਏਕੋ ਕਬਾਓ, ਤਿਸਤੇ ਹੋਏ ਲੱਖ ਦਰਿਆਓ। ਆ ਲੱਖਾਂ ਹੀ ਦਰਿਆ ਕਿਵੇਂ ਚੱਲ ਪਏ ਨੇ। ਦਰਿਆ ਮਹਿਕਮਾ ਵੱਖਰਾ ਹੈ, ਨਹਿਰੀ ਮਹਿਕਮਾ ਵੱਖਰਾ ਹੈ। ਤੁਹਾਡੇ ਚੋਂ ਕਿੰਨੇ ਇਸ ਪਾਸੇ ਜਿਨ੍ਹਾਂ ਨੇ ਜ਼ਿੰਦਗੀਆਂ ਲਾਗੀਆਂ, ਪਰ ਉਹਨਾਂ ਨੂੰ ਇੰਨਾ ਹੀ ਪਤਾ ਵੀ ਆਹ ਨਹਿਰ ਦੇ ਇੱਥੇ ਮੋਰੀਆਂ ਨੇ, ਇਹਨੂੰ ਪਾਣੀ ਦੇਣਾ, ਇਹਨੂੰ ਇਹਨੇ ਦੇਣਾ। ਬਹੁਤੀ ਇਹ ਨਹੀਂ ਪਤਾ ਵੀ ਇਹ ਕਿਵੇਂ ਨਹਿਰਾਂ ਬਣੀਆਂ ਨੇ, ਕਿਵੇਂ ਸਮੁੰਦਰ, ਸਾਗਰ, ਦਰਿਆ, ਬਹੁਤ ਡੀਪਲੀ ਆ ਸਾਰਾ ਕੁਝ। ਪਰ ਪਰਮਾਤਮਾ ਨੇ ਸਮੁੰਦਰ ਬਣਾਏ ਨੇ, ਪਰਮਾਤਮਾ ਨੇ ਦਰਿਆ ਬਣਾਏ ਨੇ, ਉਹਦੇ ਹੁਕਮ ਦੇ ਵਿੱਚ ਚੱਲ ਰਹੇ ਨੇ। ਵੱਡੀ ਖੇਡ ਹੈ। ਤਿਸਤੇ ਹੋਏ ਲੱਖ ਦਰਿਆਓ, ਕੁਦਰਤ ਕਵਣ ਕਹਾ ਵਿਚਾਰ। ਆ ਬਚਨਾਂ ਨੂੰ ਸੁਣਿਓ, ਮਹਾਰਾਜ 1 ਨਹੀਂ 2 ਨਹੀਂ 3 ਨਹੀਂ 4 ਵਾਰੀ ਇਹ ਕਹਿਣਗੇ। 4 ਪੌੜੀਆਂ ਇਸ ਪਾਸੇ ਲਾਈਆਂ ਨੇ, ਤਾਂ ਵੀ ਜੇ ਗੱਲ ਤੁਹਾਡੀ ਸਮਝ ਆ ਗਈ ਤੇ ਮੁੜ ਕੇ ਤੁਹਾਨੂੰ ਅੱਗੇ ਬਾਣੀ ਸਮਝਣ 'ਚ ਕੋਈ ਔਖ ਨਹੀਂ ਆਏਗੀ। ਬਾਣੀ ਸਮਝਣ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਏਗੀ। ਕੀ ਕਹਿੰਦੇ ਨੇ? ਕਹਿੰਦੇ ਕੁਦਰਤ ਜਿਹੜੀ ਪਰਮੇਸ਼ਰ ਦੀ ਇਹ ਖੇਡ ਹੈ, ਕੁਦਰਤ ਹੈ, ਉਹਦਾ ਪਸਾਰਾ। ਕਵਣ ਕਹਾਂ ਵਿਚਾਰ, ਇਹਦੇ ਬਾਰੇ ਕੀ ਵਿਚਾਰ ਕਰ ਸਕਦੇ ਆ, ਕੀ ਕਹਿ ਸਕਦੇ ਆ? ਕੁਝ ਨਹੀਂ ਕਹਿ ਸਕਦੇ, ਸਿਰਫ ਇੱਕੋ ਹੀ ਕਹਿ ਸਕਦੇ ਆ, ਵਾਰਿਆ ਨਾ ਜਾਵਾਂ ਇੱਕ ਵਾਰ।
आ देखो किड्डे प्यारे शब्द ने। अंत नहीं पाया जा सकता, यह कहा जा सकता बलिहारी कुदरत वसिया तेरा अंत न जाई लखिया। यही महाराज ने आख्या, कहन लगे जो तुध भावै साई भली कार। जो परमेश्वर नूं भाउंदा है और उही उहदे विच ही सानूं मंन लेना चाहिए, उहदे विच आ जाना चाहिए, उहनूं प्रवान कर लेना चाहिए। उही साडे लई भला, उही सारियां लई भला है। जो परमात्मा नूं भाउंदा है उहदे विच मनुख अपना भला मंन लै, कदे दुखी नहीं होएगा। तू सदा सलामत निरंकार। परमेश्वर सदा है, वो सलामत है, जिहड़ा जिहदा कोई आकार नहीं है, उही आद सच जुगाद सच है भी सच ते नानक होसी भी सच। कुदरत भी बड़ी बेअंत है, तू अचरज कुदरत तेरी विस्मा। तू हैरान कर देने वाला है, तेरी कुदरत भी हैरान कर देने वाली है। सतगुरु जी ने 4 पौड़ियां इस संबंध में बख्शिश कीतियां ने और इस पौड़ी के अंदर जो महाराज ने इशारे किए उन्होंने आप समझिए तो उस मुताबिक आप जीवन ढाल लीए, फिर साडे लोग सुखीए। परलोक सुहेले नानक हर प्रभ आपे मेले। ये नहीं आ कि बेनतियां प्रवान करियो। भागां वाले एक बार फिर बेनती करते हैं, सुनते हैं पर रोज़ मनन वाले पासे चलीए। जे सुन लिया मन लिया तो पंचां दे विच अपनी गिनती आ जाएगी। तो पंजां दा महाराज ने जिहड़ा जिक्र किया, पंच परवान पंच प्रधान पंचे पावै दरगह मान। गुरु कृपा कर सानू भी इस तरह की प्राप्ति होवे। बहुत बहुत धन्यवाद सारी संगत दा। भुल चुक दी खिमा। आओ अंतलियां पंक्तियां पढ़ के फतेह दी सांझ पाइए। श्री आनंद साहिब जी के पाठ में जुड़िए जी। कुदरत कावण कहा विचार, वारिया न जावा एक बार। जो तुद भावै साई भली कार। तू सदा सलामत निरंकार। वाहिगुरु जी का खालसा, वाहिगुरु जी की फतेह।